ਇਕ ਦੂਤੀ ਗੁਰੂ ਨਾਨਕ ਦੇਵਾ। ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਗੁਰਵਾਰੇ। ਪੁਰਖ ਸ੍ਰੀ ਅਰਜਨ ਸੁਖਦਾਨੀ। ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ਼੍ਰੀ ਹਰਿ ਰਾਏ। ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਏ। ਸੈਭੰ ਗੁਰ ਦਸ਼ਮੇ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਮੇਰੀ ਬੰਦਨਾ ਗੋਪਾਲ ਰਾਏ। ਬੰਦਨਾ ਬੰਦਨਾ ਗੋਪਾਲ ਰਾਏ। ਬੰਦਨਾ ਮੇਰੀ ਬੰਦਨਾ ਗੋਪਾਲ ਰਾਏ। ਬੰਦਨਾ ਬੰਦਨਾ ਗੋਪਾਲ ਰਾਏ। ਬੰਦਨਾ ਮੇਰੀ ਬੰਦਨਾ ਬੰਦਨਾ ਹਰ ਬੰਦਨਾ। ਗੁਣ ਗਾਵੋ ਗੋਪਾਲ ਰਾਏ। ਰਹਾਉ ਵੱਡੇ ਭਾਗ ਭੇਟੇ ਗੁਰਦੇਵਾ। ਕੋਟ ਅਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ। ਸੋਗ ਗਣ ਤਿਸ ਜਨ ਨਾ ਵਿਆਪੈ। ਹਰ ਤਨ ਦੋ ਕਿਛ ਪਾਪ ਨ ਪੇਣੇ। ਜਮ ਜੰਦਾਰ ਨ ਆਵੇ। ਤ੍ਰਿਸ਼ਨਾ ਗਣ ਪ੍ਰਭ ਆਪ ਬੁਝਾਈ। ਤ੍ਰਿਸ਼ਨਾ ਗਣ ਸਾਗਰ ਤਰਿਆ ਸਾਧੂ ਸੰਗੇ। ਨਿਰਭਉ ਨਾਮ ਜਪੋ ਹਰਿ ਰੰਗੇ। ਪਰ ਤਨ ਦੋ ਕਿਛ ਪਾਪ ਨ ਫੇੜੇ। ਜਮ ਜੰਦਾਰ ਨ ਆਵੇ ਨੇੜੇ। ਤ੍ਰਿਸ਼ਨਾ ਗਣ ਪ੍ਰਭ ਆਪ ਬੁਝਾਈ। ਨਾਨਕ ਉਦਰੇ ਪ੍ਰਭ ਸ਼ਰਨਾਈ। ਮੈਂ ਬੰਦਨਾ ਕਰਦਾ ਜੀ। ਹਾਂ ਬੰਦਨਾ ਕਰਦਾ ਜੀ। ਜੋੜੇ ਹੱਥ ਚਰਨੀ ਸੀਸ ਨਿਵਾ ਕੇ। ਬੰਦਨਾ ਕਰਦਾ ਜੀ। ਜੋੜ ਹੱਥ ਚਰਨੀ ਸੀਸ ਨਿਵਾ ਕੇ।
ਮੈਂ ਬੰਦਨਾ ਕਰਦਾ ਜੀ, ਬੰਦਨਾ ਕਰਦਾ ਜੀ, ਜੋੜ ਹੱਥ ਚਰਨੀ ਸੀਸ ਨਿਵਾ ਕੇ। ਬੰਦਨਾ ਕਰਦਾ ਜੀ, ਜੋੜ ਹੱਥ ਚਰਨੀ ਸੀਸ ਨਿਵਾ ਕੇ। ਜੋੜ ਹੱਥ ਚਰਨੀ ਕਾਰਜੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ। ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿੰਨੀ ਵੀ ਸੰਗਤ ਸਰਵਰੇ ਕਾਇਨਾਤ, ਵਾਲੀਆ ਦੋ ਜਹਾਨ, ਸਮੁੱਚੀ ਮਨੁੱਖਤਾ ਦੇ ਅਵਤਾਰ, ਜੁਗੋ ਜੁਗ ਅਟਲ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਕਿਲ੍ਹਾ ਫਾਰਮ ਦੀ ਸੰਗਤ ਨਾਲ ਅਥਵਾ ਡੇਰਾ ਨਿਵਾਸੀ ਸੰਗਤ ਨਾਲ ਮਿਲ ਕਰਕੇ ਕਈ ਦਿਨਾਂ ਤੋਂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਕਾਸ਼ ਆਮਦ ਦੀ ਖੁਸ਼ੀ ਵਿੱਚ ਪ੍ਰਭਾਤ ਫੇਰੀ ਰੂਹ ਵਿੱਚ ਜਸ ਗਾਇਨ ਕੀਤਾ ਜਾ ਰਿਹਾ। ਭਾਗਾਂ ਵਾਲੀ ਹੈ ਉਹ ਸੰਗਤ ਜਿਹੜੀ ਅੰਮ੍ਰਿਤ ਵੇਲੇ ਸਮੂਲੀਅਤ ਕਰਦੀ ਹੈ ਪ੍ਰਭਾਤ ਫੇਰੀ ਵਿੱਚ। ਉਸ ਤੋਂ ਵੱਡਿਆਂ ਭਾਗਾਂ ਵਾਲੀ ਹੈ ਆਰੰਭਤਾ ਵਿੱਚ ਸ਼ਾਮਲ ਹੋ ਕੇ ਸੰਪੂਰਨਤਾ ਵਿੱਚ ਹਾਜ਼ਰੀ ਭਰ ਕੇ ਗੁਰੂ ਤੋਂ ਵਿਦਾਇਗੀ ਲੈਂਦੀ ਹੈ। ਗੁਰੂ ਕਿਰਪਾ ਕਰੇ, ਮਹਾਰਾਜ ਸਾਰੇ ਨਗਰ ਕਿਲ੍ਹਾ ਫਾਰਮ ਤੇ ਡੇਰਾ ਨਿਵਾਸੀ ਸੰਗਤਾਂ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਗੁਰੂਆਂ ਦੇ ਗੁਰਪੁਰਬ ਦਿਹਾੜੇ ਮਨਾਉਣ ਦਾ ਚਾਅ, ਉਤਸ਼ਾਹ, ਬਲ, ਪ੍ਰਸ਼ਾਰਥ ਬਖਸ਼ਿਸ਼ ਕਰਨ। ਅੱਜ ਦੀ ਪ੍ਰਭਾਤ ਫੇਰੀ ਦਾ ਸਮਾਂ ਸਰਦਾਰ ਮਲਕੀਤ ਸਿੰਘ ਸਪੁੱਤਰ ਸਰਦਾਰ ਭਾਨ ਸਿੰਘ ਜੀ ਨੂੰ ਪ੍ਰਾਪਤ ਹੋਇਆ। ਸੰਗਤਾਂ ਦੀ ਸੇਵਾ ਕਰਨ ਦਾ, ਗੁਰੂ ਜਸ ਕਰਨ ਦਾ, ਸੁਣਨ ਦਾ, ਕਰਾਉਣ ਦਾ। ਗੁਰੂ ਕਿਰਪਾ ਕਰੇ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖੇ। ਕੱਲ ਆਪਾਂ ਪ੍ਰਭਾਤ ਫੇਰੀ ਦੇ ਵੀ ਅਰਥ ਦੱਸੇ ਸੀ ਕਿ ਇਹ ਵਾਧੂ ਜਿਹਾ ਕੰਮ ਨਹੀਂ ਹੈ, ਕਿਤੇ ਕੋਈ ਸੋਚੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ ਸੰਗਤ ਜਸ ਗਾਇਨ ਕਰਦੀ ਉਹਨੂੰ ਮਹਾਰਾਜ ਨੇ ਵਡਿਆਈ ਬਖਸ਼ੀ ਹੈ। ਕੱਲਾ ਸਿੰਘ ਪਾਠ ਕਰੇ ਉਹਨਾਂ ਫਲ ਨਹੀਂ ਮਿਲਦਾ, ਭਾਵੇਂ 4 ਘੰਟੇ ਬੈਠ ਕੇ ਕਰੀ ਜਾਵੇ। ਜੇ ਕਿਤੇ ਸੰਗਤ 'ਚ ਇੱਕ ਅੱਧੀ ਘੜੀ ਵੀ ਜੁੜ ਗਿਆ ਨਾ, ਉਹ ਕਈ ਦਿਨਾਂ ਦੇ ਵਿੱਚ ਉਹਨਾਂ ਨਹੀਂ ਪੂਰਾ ਕਰ ਸਕਦਾ ਜਿੰਨਾ ਇੱਕ ਘੜੀ ਵਿੱਚ ਮਿਲੇ। ਫਿਰ ਤੁਸੀਂ ਕਹਿਣਾ ਵਿਚਾਰ ਉੱਧਰ ਤੁਰ ਗਈ ਹੈ। ਇਹ ਵਸ਼ਿਸ਼ਟ ਮੁਨੀ ਤੇ ਵਿਸ਼ਵਾਮਿੱਤਰ ਜੀ ਦਾ ਵੀ ਆਪਸ 'ਚ ਸੰਵਾਦ ਹੋਇਆ ਸੀ। 58,000 ਵਰੇ ਦਾ ਤਪ ਸੀ ਵਿਸ਼ਵਾਮਿੱਤਰ ਦਾ, 58,000 ਵਰੇ ਦਾ। ਵਸ਼ਿਸ਼ਟ ਮੁਨੀ ਸ੍ਰੀ ਰਾਮਚੰਦਰ ਭਗਵਾਨ ਦੇ ਗੁਰੂ, ਇਹਨਾਂ ਦਾ ਆਪਸ 'ਚ ਸੰਵਾਦ ਹੋ ਗਿਆ। ਉਹ ਕਹਿੰਦਾ ਮੈਂ ਵੱਡਾ, ਉਹ ਕਹਿੰਦਾ ਮੈਂ ਵੱਡਾ, ਮੇਰਾ ਤਪ ਜ਼ਿਆਦਾ। ਕਹਿੰਦੇ ਨਿਰਣਾ ਕਿਹਦੇ ਤੋਂ ਕਰਾਈਏ? ਕਹਿੰਦੇ ਚਲੋ ਫਿਰ ਜਿਹੜਾ ਅਭਿਮਾਨੀ ਦੇਵਤਾ ਉਹਦੇ ਅੱਗੇ ਬੇਨਤੀ ਕਰਦੇ ਹਾਂ, ਸ਼ੇਸ਼ਨਾਗ। ਸ਼ੇਸ਼ਨਾਗ ਕਹਿੰਦਾ ਬਈ ਇੰਝ ਕਰੋ, ਮੇਰੇ ਸਿਰ ਤੇ ਭਾਰ ਹੈ। ਵੈਸੇ ਵਿਚਾਰ ਨੂੰ ਸਮਝਾਉਣ ਵਾਸਤੇ ਭਾਰ ਤੇ ਹੈ ਸੱਚ ਦੇ ਆਸਰੇ, ਧਰਤੀ ਸੱਚ ਦੇ ਆਸਰੇ ਖੜੀ ਹੈ।
ਇਹ ਪ੍ਰਵਾਨ ਟਕਸਾਲ ਦੀ ਪੋਥੀ ਵਿੱਚ ਹੈ। ਘਾਟਾ ਨਹੀਂ ਕੋਈ ਕਹਿ ਸਕਦਾ ਵੀ ਗਲਤ ਹੈ ਜੀ। ਦਮਦਮੀ ਟਕਸਾਲ ਪਹਿਲੀ ਪੋਥੀ। ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਜੀ, ਸੰਤ ਗਿਆਨੀ ਬਾਬਾ ਕਰਤਾਰ, ਜਿਨ੍ਹਾਂ ਨੇ ਜੀਵਨ ਪੜ੍ਹਿਆ ਉਂਝ ਹੀ ਸਿਰ ਝੁਕ ਜਾਂਦਾ ਉਹਨਾਂ ਅੱਗੇ ਤਾਂ। ਏਡੀ ਬੰਦਗੀ ਵਾਲੇ ਮਹਾਂਪੁਰਸ਼ ਹੋਏ ਨੇ। 27 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਕੀਤੀ। ਅਸੀਂ 27 ਵਾਰ ਪੜ੍ਹਿਆ ਵੀ ਨਹੀਂ ਹੋਣਾ, ਪੜ੍ਹਨ ਦੀ ਦੂਰ 27 ਵਾਰ ਦਰਸ਼ਨ ਨਹੀਂ ਕੀਤੇ ਹੋਣੇ। ਉਹਨਾਂ ਨੇ ਕਥਾ ਕੀਤੀ ਸਾਰੇ, ਉਹਨਾਂ ਵਰਗੇ ਅਰਥ ਨਹੀਂ ਅੱਜ ਮਿਲਣੇ। ਇਸ ਕਰਕੇ ਉਹਨਾਂ ਨੇ ਪਹਿਲੀ ਪੋਥੀ ਵਿੱਚ ਲਿਖਿਆ, ਸ਼ੇਸ਼ਨਾਗ ਕਹਿੰਦਾ ਵੀ ਭਾਰ ਚੁੱਕੋ ਫਿਰ। ਵਿਸ਼ਵਾਮਿੱਤਰ ਜੀ ਨੇ 58,000 ਵਰੇ ਦਾ ਤਪ ਦਿੱਤਾ, ਧਰਤੀ ਖੜੀ ਨਹੀਂ। ਤੇ ਵਿਸ਼ਿਸ਼ਟ ਮੁਨੀ ਨੇ 1 ਜਾਂ 2 ਘੜੀਆਂ ਦਾ ਫਲ ਸੰਗਤ ਕੀਤਾ, ਉਹ ਦਿੱਤਾ, ਧਰਤੀ ਖੜ ਗਈ। ਸੰਗਤ ਕਾ ਗੁਣ ਬਹੁਤ ਅਧਿਕਾਈ, ਵਡਭਾਗੀ ਹਰ ਸੰਗਤ ਪਾਵੇ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੰਗਤ ਤੇ ਬੜਾ ਜ਼ੋਰ, ਸੰਗਤ ਕਰੋ ਵੱਧ ਤੋਂ ਵੱਧ। ਵਿੱਚ ਸੰਗਤ ਹਰ ਪ੍ਰਵਸ ਹੈ ਜੀ। ਸੰਗਤ ਵਿੱਚ ਜਾ ਕੇ ਜਨਾਉਣਾ ਨਹੀਂ, ਬਸ ਮੰਗਤਾ ਰਹਿਣਾ, ਭਿਖਾਰੀ ਬਣ ਕੇ ਰਹਿਣਾ। ਨਿਮਰਤਾ ਇੰਨੀ ਧਾਰਨੀ ਆ। ਕਈ ਰੌਲਾ ਜਿਹਾ ਪਾਈ ਜਾਂਦੇ ਨੇ ਸੰਗਤ ਵਿੱਚ ਜਾ ਕੇ, ਕੋਈ ਫਾਇਦਾ ਨਹੀਂ ਉਹਨਾਂ ਦਾ। ਗੱਲਾਂ ਹੀ ਕਰਨੀਆਂ ਨੇ, ਘਰ ਕਰ ਲਓ। ਜੇ ਪ੍ਰਭਾਤ ਫੇਰੀ ਵਿੱਚ ਹੀ ਗੱਲਾਂ ਕਰਨੀਆਂ ਨੇ, ਐਵੇਂ ਖੱਜਲ ਖਰਾਬ ਹੁੰਦੇ ਆ, ਉੱਠਨੇ ਆ ਟਾਈਮ ਨਾਲ, ਲਾਹਾ ਵੀ ਨਾ ਮਿਲਿਆ, ਉਲਟਾ ਭਾਰ ਲੈ ਕੇ ਆ ਗਏ ਘਰ। ਗਏ ਲਾਹੇ ਵਾਸਤੇ, ਮਿਲ ਗਿਆ ਘਾਟਾ, ਫਿਰ ਕੀ ਫਾਇਦਾ ਹੋਇਆ ਘਾਟਾ ਲੈਣ ਦਾ। ਜੇ ਗੱਲਾਂ ਕਰੀਏ ਹਰ ਜਸ ਕਰਤੇ ਜੋ ਬਾਤ ਚਲਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਰਹਿਤਨਾਮੇ ਵਿੱਚ, ਧਿਆਨ ਨਾਲ ਸੁਣ ਲਓ ਕੰਨਾਂ ਨਾਲ। ਜਿਹੜਾ ਗੁਰੂ ਦਾ ਜਸ ਕਰਦਿਆਂ ਬਾਤ ਚਲਾਏਗਾ, ਇਹਨੂੰ ਗੁਰੂ ਗੋਬਿੰਦ ਸਿੰਘ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ। ਇਹ ਰਹਿਤਨਾਮਾ ਸਿੱਖ ਧਰਮ ਦਾ। ਕੋਸ਼ਿਸ਼ ਇਹ ਕਰੋ ਸੰਗਤ ਵਿੱਚ ਨਾ ਬੋਲੋ। ਜਦੋਂ ਸੰਗਤ ਵਿੱਚ ਆ ਗਏ, ਸ਼ਬਦ ਪੜ੍ਹੇ, ਫਤਿਹ ਬੁਲਾਈ, ਸਾਰਿਆਂ ਦਾ ਹਾਲ ਚਾਲ ਵੀ ਪੁੱਛਿਆ ਗਿਆ, ਸਭ ਕੁਝ ਹੋ ਗਿਆ। ਇਸ ਕਰਕੇ ਸੰਗਤ ਵਿੱਚ ਕੇਵਲ ਜਸ ਗਾਇਨ ਕਰਨਾ ਜੋ ਸੰਗਤ ਦਾ ਅਸੂਲ ਹੈ। ਸੰਗਤ ਦੇ ਵਿੱਚ ਗੁਰੂ ਇੰਨਾ ਸਤਿਕਾਰ ਕਰਦਾ ਜਸ ਦਾ। 7ਵੇਂ ਪਾਤਸ਼ਾਹ ਕੀਰਤਪੁਰ ਸਾਹਿਬ, ਇਸ ਤਰ੍ਹਾਂ ਜਿਵੇਂ ਪ੍ਰਭਾਤ ਫੇਰੀ ਅੱਜ ਵਰਗੇ ਸਾਧਨ ਤਾਂ ਨਹੀਂ ਵੀ ਸਪੀਕਰ ਲਾਏ ਸੀ ਉੱਚੀ ਉੱਚੀ, ਉਦੋਂ ਸੰਗਤਾਂ ਐਵੇਂ ਪੜ੍ਹਦੀਆਂ ਜਾਂਦੀਆਂ ਸ਼ਬਦ। ਅਸੀਂ ਆ 4 ਸਾਲ ਪਿੱਛੇ ਇਸ ਤਰ੍ਹਾਂ ਹੀ ਪ੍ਰਭਾਤ ਫੇਰੀਆਂ ਕੱਢਦੇ ਰਹੇ ਬਿਨਾਂ ਸਪੀਕਰ ਤੋਂ। ਇਹ ਨਹੀਂ ਆਂਦੇ ਵੀ ਸਪੀਕਰ ਨਾਲ ਲਾਓ ਜੀ, ਸਦਕੇ ਲਾਓ, ਕੋਈ ਮਨਾਹੀ ਨਹੀਂ। ਮੇਨ ਸਿਧਾਂਤ ਹੈ ਕਿ ਗੁਰੂ ਦਾ ਜਸ ਕਰਕੇ ਗੁਰੂ ਨਾਨਕ ਦੀ ਖੁਸ਼ੀਆਂ ਲੈਣੀਆਂ। ਮੇਨ ਸਿਧਾਂਤ ਇਹ ਹੈ, ਮੇਨ ਸਿਧਾਂਤ ਸਪੀਕਰ ਨਹੀਂ ਹੈ। ਇਹ ਤਾਂ ਮਸ਼ੀਨਰੀ ਹੈ, ਇਹ ਤਾਂ ਬੰਦੇ ਦਾ ਪਤਾ ਨਹੀਂ। ਇਹ ਤਾਂ ਫਿਰ ਮਸ਼ੀਨਰੀ ਬੰਦ ਹੋ ਜੇ ਤਾਂ ਰੌਲਾ ਪੈ ਜਾਂਦੇ ਨੇ। ਕੀ ਹੋ ਗਿਆ? ਕੁਛ ਨਹੀਂ ਹੋਇਆ, ਮਸ਼ੀਨਰੀ ਹੈ। ਤਾਂ ਉਹ ਭਾਈ ਸਭ ਤੋਂ ਰੇੜੀ ਦਾ ਬੈਲੈਂਸ ਵਿਗੜ ਗਿਆ, ਨੇ ਜੇ ਕੰਮ ਹੋ ਗਏ। ਇਸ ਕਰਕੇ ਕੋਈ ਵੱਡੀ ਗੱਲ ਨਹੀਂ ਹੁੰਦੀ ਹੈ। ਨਾਲ ਦੀ ਨਾਲ ਜਸ ਗਾਇਨ ਕਰੀ ਜਾਓ, ਗੁਰੂ ਨਾਨਕ ਦੇਵ ਮਹਾਰਾਜ ਦਾ ਧਿਆਨ ਕਰੋ। ਮੇਨ ਆਪਣਾ ਸਿਧਾਂਤ ਕੋਈ ਉਹਦੇ ਨਾਲ ਜੁੜਨਾ। ਇਹਦਾ ਮਤਲਬ ਇਹ ਨਹੀਂ ਆਪਾਂ ਵਿਰੋਧ 'ਚ ਆ, ਲੱਗਣਾ ਚਾਹੀਦਾ, ਬਹੁਤ ਵਧੀਆ ਗੱਲ। ਦੂਰ ਤੱਕ ਆਵਾਜ਼ ਜਾਂਦੀ ਹੈ, ਤਕਨੀਕ ਦਾ ਲਾਭ ਲੈਣਾ ਚਾਹੀਦਾ, ਹੱਕ 'ਚ ਆ। ਪਰ ਮਸ਼ੀਨਰੀ ਇਹ ਕਦੀ ਹੋ ਵੀ ਸਕਦਾ, ਕੋਈ ਵੱਡੀ ਗੱਲ ਨਹੀਂ। ਇਹ ਤਾਂ ਬੰਦਾ ਚੰਗਾ ਬੜਾ ਪੈ ਜਾਂਦਾ, ਮੈਨੂੰ ਤਾਂ ਪਤਾ ਨਹੀਂ ਲੱਗਦਾ। ਇਹ ਤਾਂ ਫਿਰ ਮਸ਼ੀਨਰੀ। ਸੰਗਤ ਦਾ ਫਲ ਬਹੁਤ ਜ਼ਿਆਦਾ, ਜਿਹੜੀ ਸੰਗਤ ਵਿੱਚ ਆ ਕੇ ਜਸ ਗਾਇਨ ਕਰਨਾ। ਸੰਗਤ ਦੇ 3 ਸੁਨਹਿਰੀ ਅਸੂਲ ਨੇ ਜਿਹੜਾ ਸੰਗਤ ਕਰਦਾ ਹੈ ਕਈ ਸਾਲਾਂ ਨੂੰ। ਸ਼ਰਧਾ, ਨਿਰਮਾਣਤਾ, ਮਨ ਦੀ ਇਕਾਗਰਤਾ। ਜਿੱਦਣ ਇਹ 3 ਆ ਜਾਣਗੇ ਨਾ, ਉਹਦਾ ਗੁਰੂ ਘਰ ਆਇਆ ਕਈ ਗੁਣਾ ਫਲ ਮਿਲਣ ਲੱਗ ਜਾਏਗਾ। ਇਹ ਰਾੜੇ ਵਾਲੇ ਮਹਾਂਪੁਰਸ਼ਾਂ ਨੇ ਕਥਾ ਕੀਤੀ ਹੈ। ਸ਼ਰਧਾ, ਨਿਰਮਾਣਤਾ, ਮਨ ਦੀ ਇਕਾਗਰਤਾ। ਸ਼ਰਧਾ ਰੱਬ ਵਾਲੀ ਲੈ ਕੇ ਜਾਣੀ। ਗੁਰੂ ਨਾਨਕ ਰੱਬ ਦੇ ਨਾਲ ਜਸ ਗਾਇਨ ਕਰਨ ਜਾ ਰਹੇ ਹਾਂ। ਤੇ ਨਿਰਮਾਣਤਾ, ਭਾਵੇਂ ਮਰਬਿਆਂ ਦਾ ਮਾਲਕ ਹੋਵੇ, ਦਾਤਾ ਮੈਂ ਤੇਰੇ ਦਰ ਦਾ ਦਾਸ। ਇਹ ਸਮਝ ਨਿਰਮਾਣ। ਇਕਾਗਰਤਾ, ਇੰਨਾ ਮਨ ਜੁੜ ਜੇ, ਹੋਰ ਕੋਈ ਖਿਆਲ ਨਾ ਰਵੇ, ਬਸ ਗੁਰੂ ਬਾਬਾ ਜੀ ਦੇ ਵਿਚਾਰ ਵੱਲ, ਜਸ ਵੱਲ ਧਿਆਨ ਦੇਵੇ। ਇਹ 3 ਸੁਨਹਿਰੀ ਅਸੂਲ ਨੇ ਸੰਗਤ ਕਰਨ ਵਾਲੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪਾਂਧੇ ਨੂੰ ਨਿਹਾਲ ਕਰ ਦਿੱਤਾ, ਕੱਲ ਸੁਣਿਆ ਹੀ ਮੁੱਲਾ ਜੀ ਨੂੰ ਵੀ ਨਿਹਾਲ ਕਰ ਦਿੱਤਾ। ਫਾਰਸੀ ਦਾ ਸ਼ਬਦ ਸੁਣਾਇਆ, ਯਾ ਕਰਜ ਗੁਪਤਮ ਪੇਸ਼ ਤੋ ਦਰਕੋਸ਼, ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਗਾਰ। ਜਦੋਂ ਇਹ ਫਾਰਸੀ ਦਾ ਮਹਿੰਗੇ ਅਲਫਾਜ਼ ਫਾਰਸੀ ਦੇ ਵਰਤੇ, ਮੁੱਲਾ ਨਿਹਾਲ ਹੋ ਗਿਆ। ਜਿਹੜੇ ਫਾਰਸੀ ਜਾਣਦੇ ਨੇ ਨਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਈ ਵਾਰ ਸਿਰ ਝੁਕਾਉਂਦੇ ਨੇ, ਕਈ ਵਾਰ। ਕਿਉਂ? ਜਦੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਾਰਸੀ ਤੇ ਜਫਰਨਾਮਾ ਫਤਿਹ ਦੀ ਚਿੱਠੀ ਪੜ੍ਹੀ, ਕਹਿੰਦੇ ਵਾਰੇ ਵਾਰੇ ਜਾਈਏ। ਹੀਰੇ ਦੀ ਕਦਰ ਉਹ ਕਰ ਸਕਦਾ ਹੈ ਜਿਹਨੂੰ ਕੱਚ ਤੇ ਹੀਰੇ 'ਚ ਫਰਕ ਹੈ। ਜਿਹਦੇ ਵਾਸਤੇ ਕੱਚ, ਹੀਰਾ ਵੀ ਕੱਚ ਹੈ ਤੇ ਉਹਦੇ ਵਾਸਤੇ ਹੀਰੇ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸਾਧ ਸੰਗਤ, ਗੁਣ ਦੀ ਕਦਰ ਉਹ ਕਰ ਸਕਦਾ ਹੈ ਜਿਹੜਾ ਗੁਣੀ ਹੋਏਗਾ, ਜਿਹਨੂੰ ਕਦਰ ਹੋਏਗੀ। ਦੂਜਾ ਕਦਰ ਨਹੀਂ ਕਰਦਾ, ਉਹ ਐਵੇਂ ਜੀ ਬੋਲ ਵਿਚਾਰਾਂ ਹੁੰਦੀਆਂ ਨੇ, ਕੋਈ ਵੀ ਮਾਈਕ 'ਚ ਬੋਲ ਲੈਂਦਾ, ਕੋਈ ਵੱਡੀ ਗੱਲ ਹੈ ਕਹਿੰਦੇ, ਫਿਰ ਬੋਲਿਆ ਕਰ, ਬੋਲਣਾ ਚਾਹੀਦਾ, ਫਿਰ ਵੱਡੀ ਗੱਲ ਨਹੀਂ ਕਰਨੀ ਚਾਹੀਦੀ। ਸ਼ਬਦ ਵਿਚਾਰ ਕਰ ਲੈ ਕਮਰ ਕੱਸਾ, ਫਿਰ ਕਰ ਫਿਰ ਪ੍ਰਚਾਰ ਥਾਂ ਥਾਂ ਤੇ ਜਾ ਕੇ। ਵੱਡੀ ਗੱਲ ਨਹੀਂ, ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਇਸ ਕਰਕੇ ਸਾਧ ਸੰਗਤ ਜੀ, ਮਾਰ ਕਹਿੰਦੇ ਵਿਣ ਗਾਕ ਗੁਣ ਵੇਚੀਏ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਕ ਜੇ ਮਿਲੇ ਤਉ ਗੁਣ ਲਾਖ ਵਿਖਾਏ। ਜਦੋਂ ਗੁਣ ਦਾ ਗਾਹਕ ਮਿਲੇਗਾ ਨਾ, ਫਿਰ ਉਹਦੀਆਂ ਲੱਖਾਂ ਰੁਪਏ ਕਦਰ ਪੈ ਜਾਂਦੀ ਹੈ। ਤੇ ਜਿਹੜਾ ਗਾਹਕ ਨਹੀਂ, ਮਾਰ ਕਹਿੰਦੇ ਉੱਥੇ ਗੁਣ ਨਹੀਂ ਦੇਣਾ ਚਾਹੀਦਾ, ਉੱਥੇ ਨਹੀਂ ਆਪਣਾ ਗੁਣ ਦੇਣਾ ਚਾਹੀਦਾ, ਕਦਰ ਹੀ ਨਹੀਂ ਹੈ। ਕੱਚ ਤੇ ਹੀਰੇ 'ਚ ਬੜਾ ਫਰਕ ਹੁੰਦਾ ਹੈ। ਜਵਾਰੀ ਜਾਣਦਾ ਹੈ ਤੇ ਲਾਲ ਦੀ ਹੀਰੇ ਦੀ ਕਦਰ ਕੀ ਹੈ। ਆਮ ਵਾਸਤੇ ਕੱਚ ਹੈ, ਐਵੇਂ ਨਹੀਂ ਹੁੰਦਾ ਕੱਚ ਵਰਗਾ ਹੀਰਾ, ਪਰ ਉਹਦੀ ਪਛਾਣ ਜੌਹਰੀ ਕਰਦਾ ਜਵਾਰੀ। ਇਸ ਕਰਕੇ ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਦੀ ਜਿਹੜੀ ਰਾਈਟਿੰਗ, ਉਹਦੇ ਤੇ ਬਲ ਮਹਾਰਾਜ ਦੇ ਦਰਸ਼ਨ ਕਰਿਓ। ਬੁਰਹਾਨਪੁਰ ਜਾਓਗੇ ਨਾ, ਉੱਥੇ 10ਵੇਂ ਪਾਤਸ਼ਾਹ ਮਹਾਰਾਜ ਦੀ ਲਿਖਤ ਪਈ। ਜਦੋਂ ਹਜ਼ੂਰ ਸਾਹਿਬ ਜਾਂਦੇ, 10ਵੇਂ ਪਾਤਸ਼ਾਹ ਆਪਣੇ ਸੈਨ, ਆਪਣੇ ਇੱਕ ਓਂਕਾਰ ਤੋਂ ਲੈ ਕੇ ਮੂਲ ਮੰਤਰ ਤੱਕ ਐ ਮੜਿਆ ਹੋਇਆ। ਮਹਾਰਾਜ ਦੀ ਰਾਈਟਿੰਗ ਬਹੁਤ ਵਧੀਆ। 10ਵੇਂ ਪਾਤਸ਼ਾਹ ਮਹਾਰਾਜ ਦੀ ਵਿਦਿਆ ਇੰਨੀ ਮਾਹਿਰ, ਅੱਜ ਦੇ ਜਿਹੜੇ ਪ੍ਰੋਪਰ ਦੇ ਵਿਦਿਆ ਦੇ ਧਨੀ ਨੇ, ਉਹ ਅੱਛ ਕਰਦੇ ਨੇ ਜਦੋਂ ਜਫਰਨਾਮਾ ਪੜ੍ਹਦੇ ਨੇ। ਏਡੇ ਕੀਮਤੀ ਅਲਫਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਾਰਸੀ ਵਿੱਚ ਉਚਾਰੇ ਨੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਫਾਰਸੀ ਵਿੱਚ ਇਹ ਸ਼ਬਦ ਪੜ੍ਹਿਆ, ਮੁੱਲਾ ਨਿਹਾਲ ਹੋ ਗਿਆ। ਕਹਿੰਦੇ ਇਹ ਤਾਂ ਪੜ੍ਹਾਉਣ ਆਇਆ, ਪੜ੍ਹਨ ਨਹੀਂ ਆਇਆ। ਖੈਰ 8 ਤੇ 9 ਸਾਲ ਦੇ ਸਮਾਂ ਹੋ ਗਿਆ ਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ ਨੂੰ। ਇਹ ਹਿੰਦੂ ਧਰਮ ਵਿੱਚ ਬੇਦੀਆਂ ਵਿੱਚ ਮਰਿਆਦਾ ਚੱਲੀ ਆ ਰਹੀ ਹੈ ਕਿ ਜਦੋਂ ਬੇਦੀ ਪੁੱਤਰ 9 ਸਾਲ ਦਾ ਹੁੰਦਾ, ਗੁਰੂ ਨਾਨਕ ਦੇਵ ਮਹਾਰਾਜ ਦੀ ਕੁੱਲ ਬੇਦੀ ਕੁੱਲ ਹੈ। ਸਾਧ ਸੰਗਤ ਜੀ, ਬੇਦੀ ਕੁੱਲ ਵੈਸੇ 10 ਗੁਰੂਆਂ ਦੀ ਇੱਕੋ ਹੀ ਕੁੱਲ ਚੱਲੀ ਆ ਰਹੀ ਹੈ, ਪਰ ਆਪਾਂ ਇੱਥੇ ਵਿਚਾਰ ਨਹੀਂ ਨਾ ਦਿੰਦੇ ਡੂੰਘਾਈ ਦੇ। ਇੱਕੋ ਹੀ ਕੁੱਲ ਹੈ, ਬਦਲੀ ਨਹੀਂ, ਗੋਤ ਬਦਲੇ। ਇਸ ਕਰਕੇ ਬੇਦੀ ਕੁੱਲ ਦੇ ਵਿੱਚ ਧੰਨ ਗੁਰੂ ਨਾਨਕ ਦੇਵ, ਇਹ ਅਸੀਂ ਗੁਰਪ੍ਰਤਾਪ ਦੀ ਕਥਾ ਪੜ੍ਹੀ। ਸੋਢੀ ਕੱਲ ਆਪਾਂ ਕਹਿੰਦੇ ਆ ਚੌਥੇ ਪਾਸੇ ਚੱਲਿਆ। ਸੋਢੀ ਜਿਹੜੀ ਕੁੱਲ ਹੈ, ਚੌਥੇ ਪਾਸੇ ਸ਼ੁਰੂ ਹੋ ਕੇ 10ਵੇਂ ਪਾਤਸ਼ਾਹ ਤੱਕ। ਤੇ ਇੱਕ ਵਿਦਵਾਨ ਨੇ ਲਿਖਿਆ, ਜਿਹੜਾ ਬੇਦੀ ਤ੍ਰਿਣ ਤੇ ਭੱਲੇ, ਗੁਰੂ ਅੰਗਦ ਦੇਵ ਮਹਾਰਾਜ ਦਾ ਤ੍ਰਿਣ ਤੇ ਭੱਲੇ ਗੁਰੂ ਅਮਰਦਾਸ ਮਹਾਰਾਜ, ਤੇ ਪਹਿਲੇ ਪਾਤਸ਼ਾਹ ਬੇਦੀ। ਇਹ ਬੇਦੀ ਕੁੱਲ ਦੇ ਅੱਗੇ ਜਿਹੜੇ ਨੇ ਗੋਤ ਬਦਲੇ ਜਾਂਦੇ ਨੇ। ਅੱਗੇ ਸੋਢੀ ਕੁੱਲ ਚੱਲ ਜਾਂਦਾ, ਫਿਰ ਸੋਢੀ ਗੋਤ ਇੱਕੋ ਹੀ ਚੱਲਿਆ। ਇਹ ਵਿਦਵਾਨ ਦੀ ਉਡਾਰੀ ਹੈ, ਖੋਜ ਹੈ। ਇਸ ਕਰਕੇ ਬੇਦੀਆਂ ਦੀ ਰੀਤ ਚੱਲੀ ਆਉਂਦੀ ਸੀ। 9 ਸਾਲ ਦਾ ਬੱਚਾ ਹੁੰਦਾ, ਉਹਨੂੰ ਜਨੇਊ ਪਾਇਆ ਜਾਂਦਾ ਸੀ। ਸਾਰੀ ਤਿਆਰੀ ਕਰ ਲਈ, ਪ੍ਰੋਹਤ ਆਪਣੇ ਗੁਰੂ ਨੂੰ
ਪ੍ਰੋਤ ਨੂੰ ਸੱਦ ਕੇ ਹਰਦਿਆਲ ਨੂੰ ਪਿਤਾ ਕਲਿਆਣ ਦਾਸ ਜੀ ਨੇ ਤਿਆਰੀ ਕੀਤੀ। ਚੌਂਕਾ ਫੇਰ ਦਿੱਤਾ ਗਿਆ। ਚੌਂਕਾ ਦੇ ਕੇ ਚੌਕਾ ਕੱਢੀ ਕਾਰ, ਚੌਂਕਾ ਫੇਰ ਦਿੱਤਾ ਗਿਆ। ਗੁਰੂ ਨਾਨਕ ਦੇਵ ਮਹਾਰਾਜ ਦਾ ਇਸ਼ਨਾਨ ਕਰਾਇਆ ਗਿਆ। ਸਾਰੇ ਸਰੀਕੇ ਨੂੰ ਸੱਦਿਆ ਗਿਆ, ਭਾਈਚਾਰੇ ਨੂੰ। ਮਹਾਰਾਜ ਦਾ ਭਰਾ ਸੀ ਪਿਤਾ ਕਲਿਆਣ ਦਾਸ ਦਾ ਲਾਲੂ ਚੰਦ, ਗੁਰੂ ਨਾਨਕ ਦੇਵ ਮਹਾਰਾਜ ਦਾ ਚਾਚਾ, ਉਹਨਾਂ ਨੂੰ ਵੀ ਸੱਦਿਆ ਗਿਆ। ਗੁਰੂ ਨਾਨਕ ਦੇਵ ਮਹਾਰਾਜ ਦਾ ਦਾਦਾ ਸ਼ਿਵਰਾਮ, ਪੜਦਾਦਾ ਕਲਪਤ ਰਾਏ, ਗੁਰੂ ਨਾਨਕ ਦੇਵ ਮਹਾਰਾਜ ਸੁਣਿਆ ਨਹੀਂ ਹੋਣਾ ਨਾ, ਕਲਪਤ ਰਾਏ ਦਾਦਾ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ। ਆਪਣੇ ਪੜਦਾਦੇ ਦਾ ਨਾਮ ਭੁੱਲ ਜਾਂਦਾ, ਗੁਰੂਆਂ ਦੇ ਕਿੱਥੇ ਯਾਦ ਰਹਿੰਦਾ। ਇਸ ਕਰਕੇ ਸਾਰਾ ਸਰੀਕਾ ਫਿਰ ਇੱਕ ਵੱਡੀ ਖਾਸੀਅਤ ਸੀ, ਬ੍ਰਾਹਮਣਾਂ ਨੂੰ ਸਾਰਿਆਂ ਨੂੰ ਸੱਦਿਆ ਜਾਂਦਾ ਸੀ। ਸਾਰੇ ਭਾਈਚਾਰੇ ਦੀ ਰੋਟੀ, ਸਾਰੇ ਬ੍ਰਾਹਮਣਾਂ ਦੀ ਰੋਟੀ, ਪੰਡਤ ਸਾਰੇ ਬ੍ਰਾਹਮਣਾਂ ਨੂੰ ਸੱਦਿਆ ਗਿਆ। ਜਨਮ ਸਾਖੀ ਕਹਿੰਦੀ ਹੈ ਸਾਰਾ ਭਾਈਚਾਰਾ ਇਕੱਠਾ ਹੋ ਗਿਆ, ਸਾਰਾ ਸਰੀਕਾ। ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਮਾਮਿਆਂ ਤੱਕ ਸਾਰੇ ਪਰਿਵਾਰ ਦੇ ਜੀ ਆਏ। ਜਦੋਂ ਇਕੱਠੇ ਹੋ ਗਏ, ਪੰਡਤ ਜੀ ਕਹਿਣ ਲੱਗੇ ਉਹ ਸੂਤ ਦਾ ਧਾਗਾ ਹੁੰਦਾ ਹੀ ਕਪਾਹ ਹੀ ਹੈ। ਕਪਾਹ ਨੂੰ ਜਦੋਂ ਕੱਤਿਆ ਜਾਂਦਾ ਸੂਤ ਬਣ ਜਾਂਦਾ, ਕਪਾਹ ਤੋਂ ਸੂਤ ਬਣਦਾ। ਕੱਤ ਕੇ ਜਦੋਂ ਸੂਤ ਬਣਾ ਲੈਂਦੇ ਨੇ, ਸੂਤ ਤੋਂ ਬਾਅਦ ਕੱਪੜਾ ਵੈਸੇ ਬਣਦਾ, ਉਹ ਸੂਤ ਦਾ ਵੱਟ ਚਾੜਿਆ ਜਾਂਦਾ, ਬਿਲਕੁਲ ਇੰਨਾ ਕੁ ਪਤਲਾ ਵੱਟ ਚਾੜ ਕੇ ਉਹਦੇ ਗੰਢਾਂ ਪਾਈਆਂ ਜਾਂਦੀਆਂ। ਆਪਾਂ ਇੱਧਰੋਂ ਪਾਉਂਦੇ ਸ੍ਰੀ ਸਾਹਿਬ, ਉਹ ਇੱਧਰ ਨੂੰ ਪਾਇਆ ਜਾਂਦਾ। ਪੰਡਤ ਜਿਹੜੇ ਲੋਕ ਨੇ ਨਾ, ਪੱਕਾ ਜਿਹੜਾ ਹਿੰਦੂ ਧਰਮ ਵਾਲਾ ਹੁੰਦਾ, ਪੱਕਾ ਹਿੰਦੂ, ਉਹਦੀ ਮਰਿਆਦਾ ਜਨੇਊ ਪਾਇਆ ਹੋਏਗਾ। ਜਿਵੇਂ ਕਹਿੰਦੇ ਪੱਕਾ ਸਿੱਖ ਖਾਲਸਾ ਅੰਮ੍ਰਿਤਧਾਰੀ ਹੁੰਦਾ, ਪੱਕਾ ਇਸਲਾਮੀ ਸੁਨਨਤ ਸੀਆ, ਦੋ ਨੇ ਨਾ ਉਹਨਾਂ ਚ ਮੁਸਲਮਾਨਾਂ ਚ, ਉਹਨੂੰ ਪੱਕਾ ਮੁਸਲਮਾਨ ਕਹਿੰਦੇ। ਉਹ ਇਧਰੋਂ ਜਨੇਊ ਪਾ ਦਿੰਦੇ ਨੇ। ਹੁਣ ਮਹਾਰਾਜ ਨੂੰ ਪਾਉਣਾ ਗੁਰੂ ਨਾਨਕ ਦੇਵ ਮਹਾਰਾਜ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੰਡਤ ਜੀ ਇਹ ਕੀ ਹੈ? ਕਹਿੰਦੇ ਜੀ ਇਹ ਜਨੇਊ ਪਾਇਆ ਜਾਂਦਾ ਹੈ, ਰਹੁ ਰੀਤ ਹੈ ਬੇਦੀ ਕੁਲ ਦੀ, ਸ਼ੁਰੂ ਤੋਂ ਤੁਹਾਡੇ ਵੱਡੇ ਪਾਉਂਦੇ ਆਏ ਨੇ। ਕਹਿੰਦੇ ਇਹਦਾ ਫਾਇਦਾ ਕੀ ਹੈ, ਕੀ ਫਲ ਹੈ ਇਹਦਾ? ਗੁਰੂ ਪੰਡਤ ਜੀ ਕਹਿਣ ਲੱਗੇ ਬੰਦਾ ਜਿਹੜਾ ਨਾ ਆਪ ਪਵਿੱਤਰ ਹੁੰਦਾ ਹੈ, ਪਵਿੱਤਰ ਹੋ ਜਾਂਦਾ ਹੈ। ਆਪ ਪਵਿੱਤਰ ਕਹਿੰਦੇ ਪਵਿੱਤਰਤਾ ਤੋਂ ਰਹਿਤ, ਪਵਿੱਤਰ ਕਹਿੰਦੇ ਸਵੱਛ ਹੋ ਜਾਂਦਾ, ਨਿਰਮਲ ਹੋ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਜਨੇਊ ਪਾ ਕੇ ਪਵਿੱਤਰ ਹੋ ਜਾਂਦਾ ਹੈ, ਜੇ ਜਨੇਊ ਪਾ ਕੇ ਪਾਪ ਕਰੇ, ਵਿਕਾਰ ਕਰੇ, ਚੋਰੀ ਕਰੇ, ਯਾਰੀ ਕਰੇ, ਠੱਗੀ ਕਰੇ, ਫਿਰ ਵੀ ਪਵਿੱਤਰ ਰਹਿੰਦਾ, ਫਿਰ ਵੀ ਉਹਨੂੰ ਥਾਂ ਮਿਲ ਜਾਂਦੀ ਅੱਗੇ ਦਰਗਾਹ 'ਚ। ਕਹਿੰਦਾ ਜੀ ਇਹ ਤਾਂ ਵੱਡੇ ਪਾਉਂਦੇ ਆਏ ਨੇ। ਮਰ ਕਹਿੰਦੇ ਜਿਹੜੀ ਗੱਲ ਅਸੀਂ ਪੁੱਛ ਰਹੇ ਹਾਂ ਉਹ ਦੱਸ, ਕਿ ਇਹ ਜਨੇਊ ਪਾ ਕੇ ਪਾਪ ਕਰਨ ਦਾ ਹੱਕ ਹੈ, ਦੁਰਾਚਾਰੀ ਕਰਨ ਦਾ, ਵਿਕਾਰੀ ਪਾਪੀ ਬਣਦਾ ਹੱਕ? ਜੇ ਕਰੇ ਤਾਂ ਫਿਰ ਤਾਂ ਦੋਜਕਾਂ ਦੀ ਅੱਗ ਵਿੱਚ ਸੜਨਾ ਪੈਣਾ। ਕੀ ਅਸੀਂ ਕਹੀਏ ਜੀ ਗਾਤਰਾ ਪਾਇਆ, ਅੰਮ੍ਰਿਤ ਛਕਿਆ ਹੈ, ਬਾਣੀ ਪੜ੍ਹਦੇ ਹਾਂ ਪਰ ਵਕਾਰ ਨਹੀਂ ਛੱਡੇ, ਪਾਪ ਨਹੀਂ ਛੱਡੇ, ਦੁਰਾਚਾਰੀ ਨਹੀਂ ਛੱਡੀ, ਚੋਰੀ ਯਾਰੀ ਠੱਗੀ ਨਹੀਂ ਛੱਡੀ, ਵਕਾਰਪੁਣਾ ਨਹੀਂ ਛੱਡਿਆ, ਅਸੀਂ ਅੰਮ੍ਰਿਤਧਾਰੀ ਹਾਂ? ਥਾਂ ਮਿਲੇਗੀ? ਨਹੀਂ ਮਿਲੇਗੀ। ਇਹ ਇਕੱਲਾ ਪੰਡਤ ਨੂੰ ਨਹੀਂ ਸਮਝਾਇਆ, ਸਾਨੂੰ ਵੀ ਸਮਝਾਇਆ। ਗਾਤਰਾ ਕਿੱਲੀ ਨਾਲ ਕੁਛ ਹੋਰ ਹੀ ਚੱਲਦਾ ਹੁੰਦਾ। ਫਿਰ ਉਦੋਂ 10ਵੇਂ ਪਾਤਸ਼ਾਹ ਨਾ ਹਜੂਰ ਸਾਹਿਬ ਗਏ ਹੁੰਦੇ ਨੇ। ਜਦੋਂ ਸਿੱਖ ਫਿਰ ਗਾਤਰਾ ਲਾ ਕੇ ਆਪਣੇ ਬਹਿੰਦਾ ਨਾ ਮੰਗਲਾਚਾਰ ਕਰਦਾ, ਉਦੋਂ ਫਿਰ 10ਵੇਂ ਪਾਤਸ਼ਾਹ ਹਿਮਕੁੰਟ ਦਾ ਜਾ ਕੇ ਸਮਾਧੀ ਲਾ ਲੈਂਦੇ ਨੇ ਨਾ। ਜਦੋਂ ਸਿੱਖ ਤੇ ਭੀੜ ਬਣਦੀ ਉਦੋਂ 10ਵੇਂ ਪਾਤਸ਼ਾਹ ਸਮਾਧੀ ਖੋਲ ਕੇ ਕੋਲ ਆ ਜਾਂਦੇ ਨੇ। ਵਾਹ ਸਿੱਖਾ,
10ਵੇਂ ਪਾਤਸ਼ਾਹ ਨੇ ਤੈਨੂੰ ਕਿਹਾ ਹੈ, ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾੰਗ ਸੰਗੇ ਭੰਗੰਗ ਬੇਪੂਤੇ। ਜੇ ਭਾਵਨਾ ਹੋਵੇ ਕਦੀ ਪਾਪ ਕਰ ਹੀ ਨਹੀਂ ਸਕਦਾ ਸਤਸੰਗ, ਚੋਰੀ ਕਰ ਹੀ ਨਹੀਂ ਸਕਦਾ। ਮੰਨ ਲਓ ਸੰਗਤ ਪੈਸੇ ਦੇ ਰਹੀ ਹੈ, ਜੇ ਭਾਵਨਾ ਹੈ, ਗੁਰੂ ਘਰ ਦੇ ਸੇਵਾਦਾਰ ਤਾਂ ਕਹਿੰਦੇ ਨੇ ਪ੍ਰਧਾਨ ਨਾ ਕਿਹਾ ਕਰੋ, ਮੂੰਹ ਚੋਂ ਨਿਕਲ ਜਾਂਦੇ। ਇਸ ਕਰਕੇ ਉਹਨਾਂ ਨੂੰ ਭਰੋਸਾ ਹੈ ਨਾ, ਤੇ ਗੁਰੂ ਗਵਾਹ ਹੁੰਦਾ ਵਿੱਚ। ਤੇ ਇੱਧਰ ਆਪਾਂ ਪੈਸੇ ਪਾਣੇ ਨੇ ਗੁਰਦੁਆਰੇ ਦੇ, ਤੇ ਇੱਧਰ ਪਾਉਣੇ ਨੇ ਅਰਦਾਸ ਬੇਨਤੀ। ਗੁਰੂ ਤੇ ਕੋਲ ਹੀ ਨਾ, ਕੋਈ ਭਾਵੇਂ ਨਹੀਂ ਵੇਖਦਾ, ਅੱਗੋਂ ਦੇਖੇ ਪਿੱਛੋਂ ਦੇਖੇ ਚੂਤੇ ਕਾਂ ਛਪਾਵੇ। ਜੇ ਤਾਂ ਰਹੀ ਕੇਵਲ ਫਾਰਮੈਲਿਟੀ, ਫਿਰ ਤਾਂ ਸਾਡਾ ਵੀ ਭਲਾ ਨਹੀਂ ਹੋਣਾ, ਵੀ ਕਹਿਣ ਮਾਤਰ ਹੀ ਇਹ ਕੰਮ। ਤੇ ਜੇ ਹੋਇਆ ਮਨ ਵਿੱਚ ਭਾਉ, ਫਿਰ ਕਿਰਪਾ ਹੋ ਸਕਦੀ, ਫਿਰ ਕੋਈ ਹੋਵੇ ਭਾਵੇਂ। ਇਸ ਕਰਕੇ ਆਨੰਦ ਕਾਰਜ ਹੁੰਦੇ ਨੇ। ਇਮਾਰਤ ਵਾਸਤੇ ਮਾਇਆ ਹੁੰਦੀ, ਹੋਰ ਆਉਂਦੀ ਮਾਇਆ। ਰੁਮਾਲੇ ਵਾਸਤੇ ਕਦੀ ਮਾਇਆ ਆ ਜਾਂਦੀ, ਕਈ ਵਾਰ ਨਾਂ ਨਹੀਂ ਅਲੌਸ ਹੁੰਦਾ। ਪੁੱਛ ਲਓ, ਤੁਹਾਡੇ ਕੋਲ ਬੈਠੇ ਨੇ ਸੇਵਾਦਾਰ, ਕੋਈ ਵੀ ਸੇਵਾ ਗੁਰੂ ਘਰ ਦੀ ਆਵੇ, ਥੋੜੀ ਆਵੇ ਬਹੁਤੀ ਆਵੇ, ਉਹਨਾਂ ਤੱਕ ਪਹੁੰਚਦੀ ਹੈ। ਗੁਰੂ ਹਾਜ਼ਰ ਨਾਜ਼ਰ ਹੈ, ਭਾਵੇਂ ਨਹੀਂ ਸੰਗਤ ਕੋਲ, ਪ੍ਰਬੰਧਕ ਕੋਲ ਨਹੀਂ ਹਨ, ਪਰ ਗੁਰੂ ਤਾਂ ਹਾਜ਼ਰ ਨਾਜ਼ਰ ਹੈ ਨਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਇਸ ਕਰਕੇ ਸਾਧ ਸੰਗੀ ਸ੍ਰੀ ਸਾਹਿਬ ਕੜਾ ਪਾਇਆ, ਕੱਲ ਵੀ ਅਰਥ ਕੀਤੇ ਸੀ। ਇਹ ਜਿੱਥੇ ਘਾਟ ਪੂਰੀ ਕਰਦਾ ਹੋਰ ਗੁਣ ਨੇ, ਉੱਥੇ ਦੱਸਦਾ ਇਹਨਾਂ ਹੱਥਾਂ ਨਾਲ ਬੁਰੇ ਕੰਮ ਨਹੀਂ ਕਰਨੇ। ਕਿਸੇ ਗਰੀਬ ਤੇ ਨਾ ਉੱਠੇ, ਪਾਪ ਵਾਸਤੇ ਨਾ ਉੱਠੇ। ਇਹ ਪੈਰਾਂ ਨਾਲ ਪਾਪ ਵਾਸਤੇ ਨਹੀਂ ਜਾਣਾ ਕਿਸੇ ਪਾਸੇ, ਪਾਪ ਕਰਨ ਵਾਸਤੇ। ਇਸ ਕਰਕੇ ਜਿਹੜੇ ਚਿੰਨ੍ਹ ਨੇ ਸਾਨੂੰ ਅੰਦਰ ਨੂੰ ਪ੍ਰੇਰਿਤ ਕਰਦੇ ਨੇ। ਕੱਲੇ ਪੰਡਤ ਨੂੰ ਨਹੀਂ ਸਮਝਾ ਰਹੇ, ਸਾਨੂੰ ਵੀ ਗੁਰੂ ਨਾਨਕ ਸਮਝਾ ਰਹੇ। ਪੰਡਤ ਜੀ ਜੇ ਜਨੇਊ ਪਾ ਕੇ ਹੀ ਪਾਪ ਕਰਨੇ ਨੇ ਬੰਦੇ ਨੇ, ਫਿਰ ਜਨੇਊ ਪਾਉਣ ਦਾ ਫਾਇਦਾ ਕੀ ਹੋਇਆ? ਜੇ ਪੰਡਤ ਨੂੰ ਕਹਿ ਸਕਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਨੂੰ ਵੀ ਤਾਂ ਕਹਿ ਸਕਦੇ ਨੇ ਨਾ, ਸ੍ਰੀ ਸਾਹਿਬ ਭਾਈ। ਇਸ ਕਰਕੇ ਸੋ ਸਾਧ ਸੰਗੀ ਮਾਰ ਕਹਿੰਦੇ ਇਹਦਾ ਫਾਇਦਾ, ਕਹਿੰਦਾ ਫਾਇਦਾ ਤਾਂ ਹੀ ਹੈ ਵੀ ਪਵਿੱਤਰ ਹੋ ਜਾਂਦਾ ਹੈ। ਤੇ ਤੁਹਾਡੇ ਵੱਡੇ ਪਾਉਂਦੇ ਆਏ ਨੇ, ਚੌਕੜ ਮੋਲਣ ਆਇਆ ਬੈ ਚੌਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ, ਉਹ ਮੂਆ ਉਹ ਮਰ ਗਿਆ ਹੋਵੇ ਤੱਗਾ ਗਿਆ। ਇਹ ਮਹਾਰਾਜ ਉੱਥੇ ਦੀ ਬਾਣੀ ਦੱਸਦੇ ਨੇ ਵੀ ਸ਼ੁਰੂ ਤੋਂ ਬ੍ਰਾਹਮਣ ਗੁਰ ਨੂੰ ਧਾਰਨ ਕੀਤਾ ਗਿਆ। ਚੌਕੜ ਮੋਲਣ ਆਇਆ ਬੈ ਚੌਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ। ਸਿੱਖਿਆ ਵੀ ਆਪ ਦਿੱਤੀ, ਗੁਰੂ ਵੀ ਆਪ ਬਣੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਉੱਥੇ ਕਿਹਾ ਹੈ ਵੀ ਸਿੱਖਿਆ ਵੀ ਆਪ ਦਿੰਦੇ ਸੀ ਜਨੇਊ ਦੇ, ਤੇ ਆਪ ਹੀ ਬਣ ਜਾਂਦੇ ਸੀ। ਗੁਰ ਬ੍ਰਾਹਮਣ ਥਿਆ, ਤੇ ਬ੍ਰਾਹਮਣ ਨੂੰ ਗੁਰੂ ਧਾਰਨ ਕਰ ਦਿੱਤਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਇਹ ਜਨੇਊ ਪ੍ਰਵਾਨ ਨਹੀਂ ਹੈ। ਜੇ ਤੂੰ ਸਾਨੂੰ ਜਨੇਊ ਪਾਉਣਾ ਹੈ ਤਾਂ ਐਸਾ ਜਨੇਊ ਪਾ। ਕਹਿੰਦਾ ਮਹਾਰਾਜ ਤੁਸੀਂ ਦੱਸੋ ਕਿਹੜਾ ਜਨੇਊ, ਜਿਹਦੇ ਨਾਲ ਫਲ ਹੈ, ਜਿਹਦੇ ਨਾਲ ਫਾਇਦਾ ਹੈ, ਜਿਹਦੇ ਨਾਲ ਜੀਵਨ ਬਣਿਆ ਰਹਿੰਦਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਆਸਾ ਦੀ ਵਾਰ ਦੀ ਪਾਵਨ ਬਾਣੀ ਉਚਾਰਦੇ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਦਇਆ ਦੀ ਕਪਾਹ ਹੋਵੇ, ਕਪਾਹ ਵੀ ਲੈਣੀ ਹੈ ਜਿਵੇਂ ਸੂਤ ਜਨੇਊ ਵਾਸਤੇ ਲੈਂਦੇ ਆ, ਤੇ ਸੰਤੋਖ ਦਾ ਸੂਤ, ਦਇਆ ਵੀ ਬੰਦੇ ਵਿੱਚ, ਧੀਰਤਾ ਵੀ ਹੋਵੇ, ਸੰਤੋਖ ਸਬਰ ਵੀ ਹੋਵੇ। ਰੱਬ ਦੇ ਦਿੱਤੇ ਤੇ ਸਬਰ, ਰੱਬ ਦਾ ਸ਼ੁਕਰ ਉਹ ਕਰ ਸਕਦਾ ਜਿਹਨੂੰ ਰੱਬ ਦੇ ਦਿੱਤੇ ਤੇ ਸਬਰ ਆ ਗਿਆ, ਨਹੀਂ ਤਾਂ ਤ੍ਰਿਸ਼ਨਾ ਲੱਗੀ। ਸਹਸ ਕਟੇ ਲੱਖ ਕੋਟ ਤਾਵੇ। ਸਹਸ ਮਤਲਬ ਜਹਾਰ ਹੁੰਦਾ ਹੈ, ਹਜ਼ਾਰ ਨੂੰ ਛੱਡ ਕੇ ਲੱਖ ਮੰਗਦਾ ਗੁਰੂ ਕੋਲੋਂ, ਵਿਚਲਾ ਕਿਵੇਂ ਪੂਰਾ ਹੋਵੇਗਾ ਗੈਪ। ਇਸ ਕਰਕੇ ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਕਹਿੰਦੇ ਦਇਆ ਦੀ ਕਪਾਹ ਲੈਣੀ, ਸੰਤੋਖ ਦਾ ਸੂਤ। ਤੇ ਜਦੋਂ ਇਹ ਜਨੇਊ ਬਣਾਉਂਦੇ ਆ, ਕਪਾਹ ਲੈਂਦੇ ਆ, ਸੂਤ ਲੈਂਦੇ ਆ, ਦੋ ਗੁਣ ਆ ਗਏ, ਦਇਆ ਤੇ ਸੰਤੋਖ।
ਤੇ ਦੋ ਕੰਮ ਹੋਰ ਪੰਡਤ ਜੀ ਕਰਦੇ ਨੇ ਜਨੇਊ ਵਿੱਚ, ਇੱਕ ਵੱਟ ਤੇ ਇੱਕ ਗੰਢਾ ਪਾਉਂਦੇ ਨੇ। ਦਇਆ ਦੀ ਕਪਾਹ ਲੈਣੀ, ਸੰਤੋਖ ਦਾ ਸੂਤ, ਜੱਤ ਗੰਢੀ, ਜੱਤ ਦੀਆਂ ਗੰਢਾਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ, ਜੱਤ ਇਹ ਗੰਢਾਂ ਪਾਉਣੀਆਂ ਨੇ ਜੀਵਨ ਦੇ ਵਿੱਚ। ਸੱਤ ਵੱਟ, ਸੱਤ ਦਾ ਵੱਟ ਦੇਣਾ, ਜਿਵੇਂ ਜਨੇਊ ਨੂੰ ਤਿਆਰ ਕਰਨ ਲੱਗਿਆ ਵੱਟ ਦੇਈਦਾ। ਜੀਵਨ ਵਿੱਚ ਸੱਤ ਰੱਖਣਾ, ਜੀਵਨ ਵਿੱਚ ਜੱਤ ਰੱਖਣਾ, ਜੀਵਨ ਵਿੱਚ ਸੰਤੋਖ ਰੱਖਣਾ ਹੈ, ਜੀਵਨ ਵਿੱਚ ਦਇਆ ਰੱਖਣੀ ਹੈ, ਤਾਂ ਹੀ ਕਿਸੇ ਦਾ ਭਲਾ ਕਰ ਸਕਦੇ ਹਾਂ। ਮੈਨੂੰ ਤਰਸ ਆਇਆ, ਮੈਂ ਉਹਦੀਆਂ ਅੱਖਾਂ ਬਣਾ ਦਿੱਤੀਆਂ ਬਜ਼ੁਰਗ ਦੀਆਂ, ਇਹਦਾ ਮਤਲਬ ਦਇਆ ਹੈ ਅੰਦਰ। ਫਲਾਣੀ ਕੰਨਿਆ ਦਾ ਵਿਆਹ ਸੀ, ਦਇਆ ਆਈ, ਕੁਛ ਦਾਨ ਕਰ ਦਿੱਤਾ। ਕੁਛ ਸਮਾਗਮ ਸੀ ਲੋੜਵੰਦਾਂ ਦੇ, ਉਹਦੇ ਵਿੱਚ ਮਾਇਆ ਅਰਪਣ ਕੀਤੀ, ਮਤਲਬ ਤੇਰੇ ਅੰਦਰ ਤਰਸ ਹੈ, ਦਇਆ ਹੈ। ਇੱਕ ਸੁਣ ਲਓ, ਗੁਰੂ ਨਾਨਕ ਦੇ ਮਾਰਨੇ ਧਰਮੀ ਉਹਨੂੰ ਕਿਹਾ ਜਿਹਦੇ ਅੰਦਰ ਦਇਆ ਹੈ, ਤਰਸ। ਭਾਵੇਂ ਸਾਡੇ ਤਰ੍ਹਾਂ ਸ੍ਰੀ ਸਾਹਿਬ ਪਾਈਏ, ਤਰਸ ਨਹੀਂ, ਦਇਆ ਨਹੀਂ, ਧਰਮ ਨਹੀਂ ਹੋ ਸਕਦਾ। ਧਰਮ ਨਿਕਲਦਾ ਕਿੱਥੋਂ ਹੈ? ਕਦੀ ਵਿਚਾਰ ਕੀਤੀ? ਧਰਮ ਪੁੱਤਰ ਕਹਿੰਦਾ ਹੈ। ਜੇ ਮਾਂ ਹੀ ਨਹੀਂ ਤੇ ਪੁੱਤਰ ਧਰਮ ਕਿੱਥੋਂ ਆ ਜਾਏ? ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਾ ਗੋਰਖਨਾਥ ਨੂੰ ਕਿਹਾ ਸੀ, ਧੌਲ ਧਰਮ ਦਇਆ ਕਾ ਪੂਤ। ਗੋਰਖਨਾਥ ਕਹਿੰਦਾ ਸੀ ਧਰਤੀ ਜਿਹੜੀ ਟਿਕੀ ਹੈ ਬਲ ਦੇ, ਧੌਲੇ ਬਲ ਦੇ ਸਿੰਘ ਤੇ ਟਿਕੀ ਹੋਈ ਹੈ। ਤੇ ਕਹਿੰਦੇ ਜਦੋਂ ਆਪਣੇ ਬਜ਼ੁਰਗ ਵੀ ਕਹਿੰਦੇ ਹੁੰਦੇ, ਜਦੋਂ ਭੁਚਾਲ ਆਉਂਦਾ ਨਾ, ਕਹਿੰਦੇ ਹੁਣ ਲੱਗਦਾ ਬਲਦ ਨੇ ਧਰਤੀ ਬਦਲ ਲਈ, ਦੂਜੇ ਸਿੰਘ ਤੇ ਕਰ ਲਈ। ਬਜ਼ੁਰਗ ਇੰਝ ਕਹਿੰਦੇ ਹੁੰਦੇ, ਪਰ ਐਵੇਂ ਦੀ ਨਹੀਂ ਗੱਲ। ਮਾਰੇ ਕਹਿੰਦੇ ਉਹ ਧੌਲ ਰੂਪੀ ਬਲਦ ਹੈ, ਧਰਮ ਰੂਪੀ ਬਲਦ। ਧਰਮ ਸੱਤ, ਸੱਚ। ਜਦ ਤੱਕ ਦੁਨੀਆ ਤੇ ਸੱਚ ਰਹੇਗਾ, ਸੱਚ ਰਹੇਗਾ, ਧਰਤੀ ਰਹੇਗੀ। ਜਦ ਦੁਨੀਆ ਤੇ ਧਰਮ ਨਹੀਂ ਰਿਹਾ, ਸੱਚ ਨਹੀਂ ਰਿਹਾ, ਧਰਤੀ ਨਹੀਂ ਰਹੇਗੀ। ਸਾਧ ਸੰਗਤ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਦਇਆ ਮਾਤਾ ਹੈ ਧਰਮ ਦੀ। ਜਿਹੜੇ ਬੰਦੇ ਵਿੱਚ ਤਰਸ ਨਹੀਂ, ਦਇਆ ਨਹੀਂ, ਉਹ ਧਰਮ ਹੀ ਨਹੀਂ ਹੋ ਸਕਦਾ। ਲਿਬਾਸ ਦਾ ਨਾਂ ਧਰਮ ਨਹੀਂ ਹੈ, ਸਾਧ ਸੰਗਤ ਜੀ, ਗੁਣ ਦਾ ਨਾਂ ਧਰਮ ਹੈ। ਧਰਮ ਦੇ ਸ਼ਾਸਤਰ ਅਨੁਸਾਰ ਅਰਥ, ਸ਼ਾਸਤਰ ਧਰਮ ਦੇ ਅਰਥ ਨੇ ਧਾਰਨੇ ਕਰਨੇ ਯੋਗ ਗੁਣ। ਧਰਮ ਦੀ ਸਿੱਖਿਆ ਕੇਵਲ ਨਹੀਂ ਚੋਲਾ ਪਾਇਆ ਤੇ ਮੈਂ ਤੀ ਨੀਲੀ ਦਾ ਪੱਗ ਬੰਨੀ ਤੇ ਕਿਰਪਾਨ ਪਾਈ, ਜੂਰੀਆ ਪਾਈ ਹੈ, ਲੋਕ ਕਹਿਣ ਵੀ ਧਰਮੀ ਬੰਦਾ ਹੈ। ਲੋਕਾਂ ਦੀ ਨਿਗਾਹ ਤੇ ਤਾਂ ਬਣ ਜਾਏਗਾ, ਗੁਰੂ ਦੀ ਨਿਗਾਹ ਤੇ ਨਹੀਂ ਬਣਿਆ। ਧਾਰਨੇ ਕਰਨੇ ਯੋਗ ਗੁਣ। ਧਰਮ ਦਾ ਮਤਲਬ ਸਟੂਡੈਂਟ ਕਿਹਨੂੰ ਕਹਿੰਦੇ ਨੇ? ਵਰਦੀ ਨੂੰ। ਸਿਖਿਆਰਥੀ, ਵਿਦਿਆਰਥੀ ਵਰਦੀ ਨੂੰ ਕਹਿੰਦੇ ਨੇ? ਨਹੀਂ ਨਹੀਂ, ਕੱਲੀ ਵਰਦੀ ਤੱਕ ਸੀਮਿਤ ਰਿਹਾ, ਪੜ੍ਹਾਈ ਨਹੀਂ ਹਾਸਲ ਕਰੇਗਾ। ਜੇ ਉਹਦੇ ਵਿੱਚ ਪੜ੍ਹਾਈ ਹੈ, ਪੜ੍ਹਾਈ ਟੀਚਰ ਨੂੰ ਗਾਈਡ ਕਰ ਰਿਹਾ, ਬੜੇ ਧਿਆਨ ਨਾਲ ਸੁਣ ਰਿਹਾ, ਸਾਧ ਸੰਗਤ ਫਿਰ ਉਹਨੂੰ ਰਿਵੀਜ਼ਨ ਕਰ ਰਿਹਾ, ਫਿਰ ਤਾਂ ਸਫਲਤਾ ਪੂਰਵਕ ਹੈ। ਵਰਦੀ ਵੀ ਸਫਲਤਾ ਪੂਰਵਕ। ਪਰ ਜੇ ਨਹੀਂ ਫੋਲੋ ਨਹੀਂ ਕਰ ਰਿਹਾ, ਭਾਵੇਂ ਅਸੀਂ ਗੁਰੂ ਨਾਨਕ ਦੇ ਸਕੂਲ ਦੇ ਵਿਦਿਆਰਥੀ ਹੋਈਏ, ਭਾਵੇਂ ਦੁਨਿਆਵੀ ਦੇ ਹੋਈਏ, ਅੰਬਰ ਛਕਿਆ ਜੀ, ਨਾ ਬਾਣੀ, ਨਾ ਸਿਮਰਨ ਜੀ, ਨਾ ਕੁਛ ਵੀ। ਉਹ ਤਾਂ ਇਸ ਤਰ੍ਹਾਂ ਹੋ ਗਿਆ, ਕੱਲੀ ਯੂਨੀਫਾਰਮ ਪਾਈ ਫਿਰਦੇ। ਗੁਣ ਹੋਣੇ ਬਹੁਤ ਜ਼ਰੂਰੀ ਨੇ। 10ਵੇਂ ਪਾਤਸ਼ਾਹ ਜਦੋਂ ਅਸੀਂ ਵੀ ਪੰਜ ਪਿਆਰਿਆਂ 'ਚ ਲੱਗਦੇ ਰਹੇ ਅੰਮ੍ਰਿਤ ਛਕਾਉਣ ਜੀ, ਗੁਣ ਦੱਸਦੇ ਨੇ ਉੱਥੇ, ਆਹ ਧਾਰਨ ਕਰਨੀ, ਰਹਿਤ ਆਹ ਰਹਿਤ ਧਾਰਨ ਕਰਨੀ ਹੈ, ਆਹ ਛੱਡਣੀ ਹੈ, ਉਹ ਦੱਸੇ ਜਾਂਦੇ ਨੇ ਗੁਣ। ਇਸ ਕਰਕੇ ਗੁਣ ਕਰਨ, ਧਾਰਨ ਕਰਨੇ ਯੋਗ ਵਸਤੂ ਨੂੰ ਕਹਿੰਦੇ ਨੇ ਧਰਮ। ਧਰਮ ਦੇ ਅਰਥ ਇੱਕ ਹੋਰ ਨੇ, ਵਾਈਟ, ਚਿੱਟਾ। ਜਿਹੜਾ ਬੰਦਾ ਧਰਮ ਨੂੰ ਧਾਰਨ ਕਰੇਗਾ, ਦੁੱਧ ਤਰ੍ਹਾਂ ਵਾਈਟ ਹੋ ਜਾਏਗਾ, ਸਾਫ਼, ਬੁਰਾਈਆਂ ਨਿਕਲ ਜਾਣਗੀਆਂ। ਅਸੀਂ ਬੁਰਾਈਆਂ ਦੇ ਥੱਲੇ ਉਦਣ ਹੀ ਆਉਂਦੇ ਹਾਂ ਜਿੱਦਣ ਬਾਣੀ ਛੱਡ ਦਿੰਦੇ ਹਾਂ, ਜਿੱਦਣ ਰਹਿਤ ਛੱਡ ਦਿੰਦੇ ਹਾਂ। ਹੌਲੀ ਹੌਲੀ ਫਿਰ ਮਨ ਪਾਪਾਂ ਵਿੱਚ ਗਲਤਾਨ ਹੋ ਜਾਂਦਾ। ਤੁਸੀਂ ਹੁਣ ਖੇਤ ਬੀਜੇ ਨੇ ਨਾ, ਕਣਕ, ਪਾਣੀ ਸ਼ਾਇਦ ਲਾਤਾ ਹੁਣ 20-25 ਦਿਨਾਂ ਬਾਅਦ ਲਾ ਹੀ ਦਿੰਦੇ ਨੇ ਤਕਰੀਬਨ। ਹੁਣ ਪਾਣੀ ਨਾ ਲਾਇਓ, ਇਸ ਤੋਂ ਬਾਅਦ ਕੀ ਹੋਏਗਾ? ਸੁੱਕ ਜੇਗੀ। ਕਿੰਨੇ ਕੁ ਦਿਨ ਕੱਢੇਗੀ?
ਹਰਿਆਵਲਤਾ ਕਿੰਨੇ ਦਿਨ ਰਹੇਗੀ ਹੁੰਦੀ? ਇਹ ਜਿਹੜਾ ਅੰਮ੍ਰਿਤ ਛਕਿਆ, ਬਾਣਾ ਪਾਇਆ, ਕਿੰਨੇ ਦਿਨ? ਨਾਮ ਰੂਪੀ ਬਾਣੀ ਰੂਪੀ ਪਾਣੀ ਹੀ ਨਹੀਂ ਇਹਨੂੰ ਰਹਿਤ ਰੂਪੀ, ਕਿੰਨੇ ਕੁ ਦਿਨ ਤੇਰਾ ਚੱਲੇਗਾ? ਗਲਤਾਨ ਹੋ ਜਾਏਗਾ ਪਾਪਾਂ ਦੇ ਵਿੱਚ। ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਹਿ ਮੈਂ ਉਸਕਾ ਤੇਰਾ। ਰਹਿਤ ਨੂੰ ਪਿਆਰ ਕੀਤਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਹਿੰਦੇ ਨੇ, ਕਹਿਣੀ ਵਾਲੇ ਮਿਲੇ ਨਾ ਰਹਿਣੀ ਕੋ ਪਿਆਰ ਹੈ। ਬੜੇ ਕਹਿਣੀ ਵਾਲੇ ਹੁਣ ਸਾਡੇ ਤਰ੍ਹਾਂ ਮੈਂ ਇੱਥੇ ਰਹਿਤ ਰਹਿ ਕਿਸੇ ਦੀ ਉਹ ਗੁਰੂ ਜਾਣਦਾ, ਜੇ ਹੈ ਤਾਂ ਕੌਨਫੀਡੈਂਸ ਨਾਲ ਕਹਿ ਸਕਦਾ ਸਤਿਸੰਗ ਜੀ, ਐ ਨਹੀਂ ਕੌਨਫੀਡੈਂਸ ਨਾਲ ਕਿਹਾ ਜਾਂਦਾ, ਹੌਸਲੇ ਨਾਲ ਜੇ ਹੋਵੇ। ਜੇ ਬੰਦੇ ਦੇ ਅੰਦਰ ਪਾਪ ਹੋਵੇ ਨਾ, ਫਿਰ ਨਿੰਮੂ ਚੂਣਾ ਜਾ ਹੁੰਦਾ, ਇੰਨੀ ਦਲੇਰੀ ਨਹੀਂ ਉਹਦੇ ਵਿੱਚ ਹੁੰਦੀ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਪੰਡਤ ਜੀ ਜੇ ਗੁਣਾ ਵਾਲਾ ਜਨੇਊ ਹੈ, ਦਇਆ ਸੰਤੋਖ ਜਤ ਤੇ ਸਤ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਇਹ ਨਹੀਂ ਕਿਹਾ ਜਨੇਊ ਨਾ ਪਾ, ਹਈ ਤਾਂ ਪਾਂਡੇ ਕੱਤ। ਜੇ ਹੈ ਤੇਰੇ ਕੋਲ ਐਸਾ ਜਨੇਊ ਤਾਂ ਪਾ ਦੇ ਪੰਡਤਾ, ਵਰਨਾ ਇਹ ਡੋਰੀ ਜੀ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਧਾਗਾ ਜਾ। ਮਹਾਰਾਜ ਕਹਿੰਦੇ ਇੱਕ ਗੱਲ ਦੱਸ ਪੰਡਤਾ, ਇਹ ਜਿਹੜਾ ਪੁਰਾਣਾ ਹੋ ਜਾਂਦਾ ਧਾਗਾ, ਪੁਰਾਣਾ ਹੋ ਕੇ ਟੁੱਟਦਾ ਹੀ ਹੋਣਾ, ਤੇ ਫਿਰ ਮੈਲ ਵੀ ਲੱਗਦੀ, ਇਹਨੂੰ ਮੈਲਾ ਵੀ ਹੁੰਦਾ, ਅੱਗ 'ਚ ਵੀ ਸੜ ਜਾਂਦਾ। ਪਰ ਮਹਾਰਾਜ ਕਹਿੰਦੇ ਜਿਹੜਾ ਅਸੀਂ ਕਿੰਨੇ ਨੂੰ ਦੱਸਦੇ ਆ ਨਾ ਉਹ ਟੁੱਟੈ ਨਾ ਮਨ ਲੱਗੈ, ਨਾ ਉਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ। ਮਹਾਰਾਜ ਕਹਿੰਦੇ ਉਹ ਧਨਤਾ ਦੀ ਯੋਗ ਨੇ ਜਿਨ੍ਹਾਂ ਨੇ ਗੁਣਾ ਵਾਲਾ ਜਨੇਊ ਦਾ ਨਹੀਂ ਖੰਡਨ ਕੀਤਾ, ਨਹੀਂ ਤਾਂ ਹਿੰਦੂ ਧਰਮ ਦਾ ਵਿਰੋਧ ਹੋ ਜਾਣਾ ਸੀ। ਖੰਡਨ ਨਹੀਂ ਕੀਤਾ ਜਨੇਊ ਦਾ। ਜਨੇਊ ਪਾਓ, ਪਰ ਜਨੇਊ ਦੇ ਗੁਣ ਨੇ ਦਇਆ ਸੰਤੋਖ ਜਤ ਤੇ ਸਤ, ਇਹ ਵੀ ਹੋਣੇ ਜ਼ਰੂਰੀ ਨੇ। ਸ੍ਰੀ ਸਾਹਿਬ ਦਾ ਗੁਣ ਹੈ, ਇਹ ਦਇਆ ਦਾ ਚਿੰਨ੍ਹ ਹੈ, ਦਇਆ ਦਾ। ਕਿਰਪਾ ਪਲਸ ਆਣ, ਦੂਜੇ ਤੇ ਕਿਰਪਾ ਕਰਨ ਵਾਲੀ, ਆਣ ਦੀ ਰੱਖਿਆ ਕਰਨ ਵਾਲੀ, ਦਇਆ ਦਾ ਚਿੰਨ੍ਹ। ਮਤਲਬ ਕੋਈ ਲੋੜ ਪੈ ਗਈ ਹੈ, 10ਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ, ਅੱਜ ਵੀ ਜਦੋਂ ਅੰਮ੍ਰਿਤ ਛਕਾਉਂਦੇ ਨੇ ਕਹਿਣ ਲੱਗੇ, ਸਿੱਖਾ ਭਾਵੇਂ ਇਸ਼ਨਾਨ ਵੀ ਕਰੀ, ਸ੍ਰੀ ਸਾਹਿਬ ਦੂਰ ਨਾ ਹੋਵੇ। ਕਈ ਵਾਰ ਵੇਖੀ ਦਾ ਇਸ਼ਨਾਨ ਕਰਨ ਲੱਗਿਆ ਦੂਰ ਕਰ ਦਿੰਦੇ, ਪਰ ਉਹ ਮਰਜ਼ੀ ਹੈ ਆਪਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਨਹੀਂ। ਭਾਵੇਂ ਜਿੰਨਾ ਮਰਜ਼ੀ ਐਮਰਜੈਂਸੀ ਵੀ ਹੋਵੇ, ਅਸੀਂ ਰਹਿਤ ਪੜ੍ਹੀ ਹੈ, ਉਹਦੇ ਵਿੱਚ ਲਿਖਿਆ ਪੰਜਾਂ ਵਿੱਚ ਕਿਸੇ ਨੂੰ ਮੁਨਾਫੀ ਨਹੀਂ, ਨਾ ਕੰਗੇ ਨੂੰ, ਨਾ ਕੜੇ ਨੂੰ, ਨਾ ਕੇਸਾਂ ਨੂੰ, ਨਾ ਕਿਰਪਾਨ ਨੂੰ, ਨਾ ਕਛਹਿਰੇ ਨੂੰ। ਇੱਕ ਕਦੀ ਵੀ ਮਹਾਰਾਜ ਨੇ ਐਮਰਜੈਂਸੀ ਵਿੱਚ ਵੀ ਨਹੀਂ ਕੀਤਾ। ਨਹੀਂ ਤਾਂ ਸਾਨੂੰ ਦੱਸ ਦਿਓ, ਅੱਗੇ ਤੋਂ ਕਦੀ ਵਿਚਾਰ ਸੰਗਤ 'ਚ ਸੁਣਾਵਾਂਗੇ ਨਹੀਂ। ਇੱਕ ਦੀ ਵੀ ਮਨਾਹੀ ਨਹੀਂ ਵੀ ਕੋਈ ਗੱਲ ਨਹੀਂ, ਖੁੱਲ੍ਹ ਦੇ ਦਿੰਦੇ। ਹਾਂ ਕਿਤੇ ਗਲਤੀ ਹੋ ਗਈ ਹੈ, ਐਮਰਜੈਂਸੀ ਜਾਂ ਜਾਣੀ ਅਣਜਾਣੀ, ਪੰਜਾਂ ਦੇ ਪਿਆਸ ਪੇਸ਼ ਹੋਣੇ, ਪੰਜਾਂ ਨੂੰ ਅਧਿਕਾਰ ਹੈ ਬਖਸ਼ਣ ਦਾ। ਪੰਜ ਪਿਆਰੇ ਬੌਲੀ ਸਾਹਿਬ ਅੰਮ੍ਰਿਤਿਆਰ ਨੂੰ ਕਿਤੇ ਵੀ ਹੋਣ, ਇੱਕੋ ਹੀ ਨੇ ਪੰਜ ਪਿਆਰੇ। ਉਹਨਾਂ ਨੂੰ ਸਾਫ਼ ਦੱਸਦੇ, ਮੈਂ ਕਿਰੈਤ ਕੀਤੀ ਹੈ। ਸਾਧ ਸੰਗਤ ਜੀ ਉਹਨਾਂ ਨੂੰ ਸਾਫ਼ ਦੱਸ ਦੇਗਾ, ਇੱਥੇ ਹੀ ਬਖਸ਼ਿਆ ਜਾਏਗਾ। ਜੇ ਵਿਚੋਲਾ ਰੱਖ ਲਿਆ, ਫਿਰ ਅੱਗੇ ਸਜ਼ਾ ਭੁਗਤਣੀ ਪੈਣੀ। ਸਿੱਧਾ ਕਹਿ ਦੇ ਮੈਂ ਇਸ ਤਰ੍ਹਾਂ। ਇੱਕ ਇੱਥੇ ਕੁਰਸ਼ੇਤਰ ਦਾ ਸਿੰਘ ਹੈ, ਉਹਨੇ ਬੜੇ ਪਾਪ, ਚੋਰੀ, ਯਾਰੀ, ਪਰਾਈ ਇਸਤਰੀ ਸੰਗ ਕਰਦਾ ਰਿਹਾ। ਪੰਜਾਂ ਪਿਆਰਿਆਂ ਦੇ ਪੇਸ਼ ਹੋਇਆ, ਉੱਚੀ ਉੱਚੀ ਰੋਣ ਲੱਗ ਗਿਆ। ਕਹਿਣ ਲੱਗਾ, ਮੈਂ ਪਰਾਈ ਇਸਤਰੀ ਦਾ ਵੀ ਸੰਗ ਵੀ ਕਰਦਾ ਰਿਹਾ ਮਹਾਰਾਜ, ਮੈਂ ਬਖਸ਼ਣ ਯੋਗ ਨਹੀਂ। ਮੈਂ ਯਾਰੀ ਵੀ ਕਰਦਾ ਰਿਹਾ, ਮੈਂ ਪਾਪੀ ਹਾਂ, ਮੈਂ ਸ਼ਰਾਬੀ ਹਾਂ, ਮੈਂ ਕਬਾਬੀ ਹਾਂ, ਮੇਰੇ ਗੁਨਾਹ ਬਖਸ਼ ਦੋ ਦਾਤੇ। ਰੋਣ ਲੱਗ ਗਿਆ ਪੰਜਾਂ ਪਿਆਰਿਆਂ ਦੇ ਸਾਹਮਣੇ। ਪੰਜ ਪਿਆਰੇ ਕਹਿੰਦੇ, ਠੀਕ ਹੈ ਤੂੰ ਸੱਚ ਬੋਲਿਆ, ਬਖਸ਼ੇ ਜਾਣਗੇ ਤੇਰੇ। ਹੁਣ ਕਈ ਤਾਂ ਉੱਥੇ ਵੀ ਜਾ ਕੇ ਛੁਪਾ ਲੈਂਦੇ, ਫਿਰ ਤਾਂ ਛੁਪੇ ਹੀ ਰਹਿ ਜਾਣਗੇ, ਅੱਗੇ ਫਿਰ ਭੁਗਤਣੀ ਪੈਣੀ ਹੈ ਸਜ਼ਾ। ਦੱਸ ਦੇਣਾ ਚਾਹੀਦਾ, ਸੱਚ ਦੱਸ ਦੇ, ਮੇਰੇ ਤੋਂ ਇਹ ਗੁਨਾਹ ਹੋਇਆ। ਅੱਜ ਪੰਚਾਇਤ 'ਚ ਦੱਸ ਦੋ, ਪੰਚਾਇਤ ਕਹਿੰਦੀ ਕੋਈ ਨਹੀਂ, ਮਾਫ ਕਰੋ, ਕੋਈ ਗੱਲ। ਮਾਫੀ ਜਦੋਂ ਮੰਗ ਲਈ ਬੰਦੇ ਨੇ, ਮਾਫੀ ਮੰਗ ਗਿਆ, ਸਿਰ ਝੁਕਾ ਗਿਆ, ਮਰਿਆ। ਕੀ ਹੁਣ ਕੱਢਣਾ ਇਹਦੇ ਵਿੱਚ?
माफ करो, माफ करन कई सियाणे बजुर्ग फिर माफ कर देंगे। ते पंज भी पंजी पंचायत ला कानून बख्श देंदे ने। महाराज कहंदे चार गुण होने जरूरी ने, जे नहीं हन फिर हिंदू नहीं। सानू भी क्या गुण होने बहुत जरूरी ने। ਜਦੋਂ ਇਹ ਗੱਲਾਂ ਕਹੀਆਂ ਮਹਾਰਾਜ ਨੇ ਵੀ ਜੀ ਹੈ ਤਾਂ ਪਾ ਦੇ, ਨਹੀਂ ਤਾਂ ਫਿਰ ਭਾਈ ਰਹਿਣ ਦੇ। ਕਹਿੰਦਾ ਮਹਾਰਾਜ ਤੁਹਾਡਾ ਭਾਈਚਾਰਾ ਇਕੱਠਾ ਹੋਇਆ ਹੈ ਸਾਰਾ, ਆ ਇੰਨਾ ਧਨ ਪਦਾਰਥ ਖਰਚ ਕੀਤਾ ਹੈ, ਕਾਹਦੇ ਵਾਸਤੇ ਕੀਤਾ? ਇਹ ਵੀ ਤਾਂ ਉਹਨਾਂ ਨੂੰ ਸਿਖਾਉਣਾ। ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਇਕੱਠੇ ਹੋਏ ਨੇ ਪਰ ਗੁਣ ਹੋਣੇ ਬਹੁਤ ਜ਼ਰੂਰੀ ਨੇ। ਕਹਿਣ ਤੋਂ ਭਾਵ ਜਦੋਂ ਇਹ ਸਾਰਿਆਂ ਨੇ ਗੱਲਾਂ ਸੁਣੀਆਂ, ਸਾਰਾ ਭਾਈਚਾਰਾ ਇਕੱਠਾ ਸੀ ਵੀ 9 ਸਾਲ ਦੀ ਉਮਰ 10 ਸਾਲ ਦੀ, ਤੇ ਮਹਾਰਾਜ ਦੇ ਇੰਨੇ ਉੱਚੇ ਖਿਆਲਾਤ, ਇੰਨੇ ਉੱਚੇ ਬਚਨ, ਸਾਰੇ ਅੱਛ ਕਰਨ ਲੱਗੇ, ਹੱਥ ਜੁੜ ਗਏ ਸਾਰਿਆਂ ਦੇ। ਉਸ ਤੋਂ ਬਾਅਦ 10 ਸਾਲ ਦੇ ਹੋ ਗਏ ਗੁਰੂ ਨਾਨਕ ਦੇਵ ਮਹਾਰਾਜ। ਪਿਤਾ ਜੀ ਕਹਿਣ ਲੱਗੇ, ਉਦਾਸ ਰਹਿਣ ਲੱਗੇ, ਨਾ ਪੜ੍ਹਾਈ ਵਿੱਚ ਮਨ ਲੱਗਾ, ਨਾ ਮੁੱਲੇ ਕੋਲ, ਨਾ ਪਾਂਧੇ ਕੋਲ, ਉਲਟਾ ਵਿਰੋਧ ਨੂੰ ਵੀ ਨਿਹਾਲ ਕਰੀ ਜਾਂਦੇ। ਹੁਣ ਜਨੇਊ ਵੀ ਨਹੀਂ ਪਾਇਆ, ਕਹਿਣਾ ਕਿਵੇਂ ਕਰੀ ਜਾਂਦਾ ਮਨ ਘਰ ਵਿੱਚ। ਸਾਧ ਸੰਗਤ ਜੀ, ਪਿਤਾ ਕਲਿਆਣ ਦਾਸ ਜੀ ਉਲਟ ਨਹੀਂ ਸੀ। ਅੱਜ ਦੇ ਮਾਂ ਪਿਓ ਹੋਣ, ਤੁਸੀਂ ਵੀ ਆਪਣੀ ਥਾਂ ਤੇ ਐਵੇਂ ਕਰੋਗੇ ਵੀ ਸਾਡੇ ਬੱਚੇ ਨੂੰ ਪੜ੍ਹਨ ਧਿਆਨ ਕਿਉਂ ਨਹੀਂ ਲੱਗਦਾ। ਆਪਾਂ ਉਹ ਹੱਲ ਕੱਢਨੇ, ਉਹ ਚੀਜ਼ ਦਾ ਧਿਆਨ ਲੱਗੇ ਜਾਂਦਾ, ਪੜ੍ਹਾਈ ਵਿੱਚ, ਕੰਮ ਵਿੱਚ ਧਿਆਨ ਲੱਗੇ ਜਾਂਦਾ। ਆਪਾਂ ਵੀ ਚਿੰਤਤ ਹੁੰਦੇ ਹਾਂ। ਜੇ ਹੁਣ ਬੱਚਾ ਫੌਰਨ ਚ ਹੋਵੇ, ਕੰਮ ਨਾ ਕਰੇ, ਤਾਂ ਘੁੰਮੀ ਜਾਵੇ, ਫਿਰੀ ਜਾਵੇ, ਤੁਸੀਂ ਚਿੰਤਤ ਨਾ ਹੋਵੋਗੇ। ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਵੀ ਚਿੰਤਤ ਸੀ, ਫਿਊਚਰ ਬਣਾਉਣਾ ਚਾਹੁੰਦਾ ਮਾਂ ਪਿਓ। ਇਹ ਬੱਚਿਆਂ ਦੇ ਚਰਨਾਂ 'ਚ ਬੇਨਤੀ ਹੈ, ਤੁਹਾਨੂੰ ਪਿਤਾ ਮਾਰ ਦੇ, ਉਹ ਵੀ ਤੁਹਾਡੀ ਜਿਹੜੀ ਇੱਕ ਖਿਤਾਬ ਹੀ ਹੈ ਤੁਹਾਡੇ ਵਾਸਤੇ। ਜੇ ਬੱਚੇ ਨੂੰ ਮਾਂ ਪਿਓ ਮਾਰਦਾ ਨਾ, ਉਹ ਵੀ ਇੱਕ ਸਾਧ ਸੰਗਤ ਜੀ ਨਾਮ ਹੀ ਸਮਝੋ ਜੀਵਨ ਵਿੱਚ ਕਾਮਯਾਬ ਹੋਣ ਵਾਸਤੇ। ਝਿੜਕ ਪਿਓ ਹੀ ਦੇ ਸਕਦਾ ਹੈ, ਮਾਰ ਪਿਓ ਹੀ ਸਕਦਾ ਹੈ, ਹੋਰ ਕਿਹੜਾ ਝਿੜਕ ਦੇ ਸੀ। ਹੋਰ ਤਾਂ ਕਹਿੰਦਾ ਚੰਗਾ ਕਰੀ ਜਾਵੇ ਸੋ ਵਿਗੜਨ ਦੇ ਵਧੀਆ, ਕੋਈ ਨਹੀਂ ਸੁਧਾਰਨਾ ਚਾਹੁੰਦਾ। ਪਿਓ ਹੀ ਸਾਰਾ ਕੁਝ ਦੇਣਾ ਚਾਹੁੰਦਾ, ਫਿਊਚਰ ਬਣਾਉਣਾ ਚਾਹੁੰਦਾ ਪਿਓ ਬੱਚਿਆਂ ਦਾ, ਪੁੱਤਰਾਂ ਦਾ। ਪਿਤਾ ਕਲਿਆਣ ਦਾਸ ਤਾਂ ਹੀ ਹੁੰਦੇ ਸੀ ਵੀ ਅੱਗੇ ਵਿਆਹਿਆ ਵੀ ਜਾਣਾ ਹੈ, ਕਾਰੋਬਾਰ ਵੀ ਪਟਵਾਰੀ ਦਾ ਸਾਂਭਣਾ ਹੈ, ਇੰਨੀ ਜ਼ਮੀਨ ਵੀ ਹੈ, ਇੰਨਾ ਘਰ ਵੀ ਇੰਨਾ ਵੱਡਾ, ਕੱਲਾ ਕੱਲਾ ਪੁੱਤਰ ਹੈ, ਜੇ ਸਿਆਣਾ ਨਾ ਹੋਇਆ ਸਾਂਭੇਗਾ ਕੌਣ? ਲੋਕੀ ਤਾਂ ਹੁਣ ਹੀ ਕਹਿੰਦੇ ਨੇ ਪਿਤਾ ਕਲਿਆਣ ਦਾਸ ਦਾ ਪੁੱਤਰ ਦੀਵਾਨਾ ਹੈ, ਮਸਤਾਨਾ ਹੈ। ਗੱਲਾਂ ਸੁਣੀਆਂ ਨਹੀਂ ਜਾਂਦੀਆਂ ਮਾਪਿਆਂ ਨੂੰ। ਸਾਧ ਸੰਗਤ ਜੀ, ਕਿਸੇ ਮਾਂ ਦਾ ਪੁੱਤਰ ਨਲਾਇਕ ਹੋਵੇ, ਮੂੰਹ ਤੇ ਨਹੀਂ ਕਹਿਣਾ ਚਾਹੀਦਾ ਵੀ ਤੇਰਾ ਪੁੱਤਰ ਨਲਾਇਕ। ਜਿਹੜੀ ਉਹ ਮਾਂ ਤੇ ਬੀਤਦੀ ਹੈ ਨਾ, ਉਹ ਮਾਂ ਹੀ ਜਾਣ ਸਕਦੀ ਹੈ। ਹੁਣ ਜੇ ਕਹਿ ਦੇ ਵੀ ਕੋਈ ਗੱਲ ਨਹੀਂ, ਵਾਹਿਗੁਰੂ ਕਿਰਪਾ ਕਰੇ ਸਿਆਣਾ ਹੋ ਜਾਏਗਾ, ਐ ਨਹੀਂ ਕਹਿਣਾ ਚਾਹੀਦਾ ਮੇਰਾ ਪੁੱਤਰ ਬੜਾ ਸਿਆਣਾ ਹੈ, ਬੜਾ ਉਹ ਲਾਇਕ। ਪੁੱਤਰ ਕਲੱਤਰ ਕਾ ਕਰੇ ਹੰਕਾਰ, ਠਾਕੁਰ ਲੇਖਾ ਮੰਗਣ ਹਾਰ। ਬਾਣੀ ਕਹਿੰਦੀ ਲੇਖਾ ਮੰਗਿਆ ਜਾਣਾ ਜੇ ਹੰਕਾਰ ਕਰੇ, ਮਾਣ ਨਹੀਂ ਕਰਨਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਚੱਲ ਫਿਰ ਜੇ ਇੱਧਰ ਨਹੀਂ ਮਨ ਲੱਗਾ, ਖੇਤੀ ਵੱਲ ਮਨ ਕਰ ਲਈ। ਪਹਿਲਾਂ ਨੌਕਰ ਰੱਖੇ ਸੀ ਘਰ 'ਚ, ਇੰਨਾ ਤਕੜਾ ਘਰ, ਮੱਝੀਆਂ ਚਾਰ ਕੇ, ਗਾਵਾਂ ਚਾਰ ਕੇ ਲਿਆਂਦੇ ਸੀ। ਕਹਿੰਦੇ ਕਿ ਮੱਝੀਆਂ ਚਾਰਨ ਜਾਏਗਾ ਖੇਤਾਂ 'ਚ, ਤੇ ਉਧਰ ਮਨ ਹੋ ਜਾਏਗਾ, ਨਾਲੇ ਮਨ ਉਦਾਸ ਨਾ ਰਹੇਗਾ। ਘਰ ਬੈਠਾ ਰਹਿੰਦਾ, ਉਦਾਸ ਹੀ ਰਹਿੰਦਾ, ਕਿਸੇ ਨਾਲ ਬੋਲਦਾ। ਸਾਰੀਆਂ ਮੱਝਾਂ ਗਾਵਾਂ ਖੋਲ ਦਿੱਤੀਆਂ, ਮਾਤਾ ਨੇ ਪੱਲੇ 'ਚ ਕੁਛ ਬੰਨ ਦਿੱਤਾ ਵੀ ਦੁਪਹਿਰੇ ਭੁੱਖ ਲੱਗੇਗੀ। ਇਹ ਤਾਂ ਹੈ ਨਹੀਂ ਵੀ 2 ਘੰਟੇ ਬਾਅਦ ਮੱਝੀਆਂ ਲੈ ਕੇ ਆਣੀਆਂ। ਆਪਣੇ ਪੁਰਾਣੇ ਬਜ਼ੁਰਗ ਬੈਠੇ ਨੇ, ਪੁੱਛੋ, ਸਵੇਰੇ ਮੱਝੀਆਂ ਖੋਲਦੇ ਸੀ, ਸ਼ਾਮ ਨੂੰ ਘਰ ਆਉਂਦੇ ਹੁੰਦੇ ਸੀ, ਸਾਰਾ ਦਿਨ ਚਰਾਉਂਦੇ ਹੁੰਦੇ ਸੀ ਮੱਝੀਆਂ। ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਹੱਥ 'ਚ ਡੰਡਾ ਫੜਾ ਦਿੱਤਾ, ਛੜੀ ਅੱਗੇ ਮੱਝੀਆਂ ਗਾਵਾਂ ਖੋਲ ਦਿੱਤੀਆਂ। ਸਾਧ ਸੰਗਤ ਜੀ, ਐਵੇਂ ਦਾ ਇਤਿਹਾਸ ਦੁਹਰਾਇਆ ਗਿਆ। ਜਿਵੇਂ ਕ੍ਰਿਸ਼ਨ ਭਗਵਾਨ ਜੀ ਕਿਸੇ ਟਾਈਮ ਬਿੰਦਰਾਬਨ ਦੇ ਵਿੱਚ ਗਊਆਂ ਨੂੰ ਚਰਾਉਂਦੇ ਸੀ, ਪਰਮੇਸ਼ਰ ਦੇ ਧਿਆਨ ਵਿੱਚ ਹੋ ਕੇ ਫਿਰ ਮੁਰਲੀ ਤੇ ਸਿਮਰਨ ਕਰਦੇ ਸੀ। ਅਕਾਲ ਪੁਰਖ ਦਾ ਮੁਰਲੀ 'ਚ ਐਸਾ ਸਿਮਰਨ ਕਰਦੇ ਸੀ, ਗਾਵਾਂ, ਮੱਝੀਆਂ, ਜੰਗਲ, ਸਾਧ ਸੰਗਤ ਜੀ ਮੋਹਿਆ ਜਾਂਦਾ, ਮੋਹਿਤ ਹੋ ਜਾਂਦਾ ਸੀ ਸਾਰਾ।
ਗੁਰੂ ਨਾਨਕ ਦੇਵ ਮਹਾਰਾਜ ਜਦੋਂ ਰਬਾਬ ਛੇੜਦੇ ਸੀ ਨਾ ਭਾਈ ਮਰਦਾਨਾ, ਉਹ ਕ੍ਰਿਸ਼ਨ ਭਗਵਾਨ ਵਾਲਾ ਇਤਿਹਾਸ ਦੁਹਰਾਇਆ ਜਾਂਦਾ ਸੀ, ਉਹੀ ਆਵਾਜ਼ ਨਿਕਲਦੀ ਸੀ। ਸਾਰਾ ਜੰਗਲ ਬੀਆਬਾਨ, ਸ਼ੇਰ ਵੀ ਆ ਕੇ ਗੁਰੂ ਨਾਨਕ ਕੋਲ ਬਹਿ ਜਾਂਦੇ ਸੀ, ਵੱਡੇ ਵੱਡੇ ਸੱਪ ਵੀ ਆ ਕੇ, ਸਾਧ ਸੰਗਤ ਜੀ ਸਾਰੇ ਮੋਹਿਤ ਹੋ ਜਾਂਦੇ। ਤੇ ਇੱਕ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਦਾ ਜਦੋਂ ਵਾਜਾ ਖੜਕਦਾ ਸੀ ਨਾ, ਵਾਜੇ ਤੇ ਅੱਜ ਵੀ ਬੜੇ ਵੱਜਦੇ ਨੇ, ਕਲਾਸੀਕਲ ਕੀਰਤਨ ਹੁੰਦੇ ਨੇ, ਪਰ ਉਹ ਵਾਜਾ ਨਹੀਂ ਵੱਜਣਾ ਜਿਹੜਾ ਰਾੜੇ ਵਾਲੇ ਵਜਾ ਗਏ। ਸੱਪ ਨਹਿਰ ਚੋਂ ਨਿਕਲ ਕੇ ਜਾਇਓ, ਰਾੜਾ ਸਾਹਿਬ ਕੱਚੀ ਨਹਿਰ ਚੱਲਦੀ, ਸੱਪ ਨਹਿਰ ਚੋਂ ਨਿਕਲ ਕੇ ਸਾਹਮਣੇ ਲੰਮੇ ਪੈ ਜਾਂਦੇ ਸੀ, ਭਾਵੇਂ ਕੋਈ ਪੈਰ ਸੰਗਤ ਦਾ ਰੱਖੇ ਕੋਈ ਰੱਖੇ, ਪਰ ਸੱਪ ਵੱਢਦੇ ਨਹੀਂ ਹੁੰਦੇ ਸੀ। ਰਾੜਾ ਸਾਹਿਬ ਜਾ ਕੇ ਪੁੱਛ ਸਕਦੇ ਹੋ। ਪੰਛੀਆਂ ਦਾ ਜੋੜਾ ਆ ਕੇ ਸਾਹਮਣੇ ਬਹਿ ਜਾਂਦਾ ਸੀ ਰਾੜੇ ਵਾਲੇ ਮਹਾਂਪੁਰਸ਼ਾਂ ਦੇ। ਜਦ ਤੱਕ ਕੀਰਤਨ ਹੁੰਦਾ ਰਹਿੰਦਾ ਸੀ, ਸੁਣਦੇ ਰਹਿੰਦੇ, ਫਿਰ ਉਡਾਰੀ ਮਾਰ ਜਾਂਦੇ ਸੀ। ਇੰਨਾ ਰਸ ਸੀ ਸਾਧ ਸੰਗਤ ਜੀ ਕੀਰਤਨ ਦੇ। ਇਹ ਕੀਰਤਨ ਚੋਂ ਰੁਜ਼ਗਾਰ ਮਿਲਦਾ ਹੈ, ਇਹ ਕੀਰਤਨ ਚੋਂ ਸਤਿਕਾਰ ਮਿਲਦਾ ਹੈ। ਜੇ ਕੀਰਤਨ ਵਿੱਚ ਜੁੜਿਆ ਹੋਵੇ, ਇਹ ਕੀਰਤਨ ਚੋਂ ਨਿਰੰਕਾਰ ਮਿਲਦਾ ਹੈ। ਰਾੜੇ ਵਾਲੇ ਮਹਾਂਪੁਰਸ਼ਾਂ ਦੇ ਕੀਰਤਨ ਚੋਂ ਨਿਰੰਕਾਰ ਮਿਲਦਾ ਸੀ, ਰੱਬ ਨਾਲ ਬਿਰਤੀਆਂ ਜੁੜਦੀਆਂ ਸਿੱਧੀਆਂ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਬਹਿ ਗਏ ਨਾ ਦਰਖਤਾਂ, ਸਾਧ ਸੰਗਤ ਜੀ ਜਾਣਿਆ ਦੁਪਹਿਰ ਦਾ ਸਮਾਂ, ਚਲੋ ਛਾਵੇਂ ਬਹਿ ਜੰਨੇ। ਖੇਤ ਹਰਿਆ ਭਰਿਆ ਸੀ, ਮੱਝੀਆਂ ਖੁੱਲੀਆਂ ਛੱਡਦੀਆਂ। ਉਹ ਜਿਹੜੀਆਂ ਮੱਝੀਆਂ ਸੀ, ਗਾਵਾਂ ਬੜੀਆਂ ਸੀ, 20-20 ਘਰ 'ਚ ਡੰਗਰ ਹੁੰਦੇ ਸੀ, 50-50 ਵੀ ਡੰਗਰ ਇੱਕ ਘਰ 'ਚ। ਇਹਦਾ ਸਰਦਾਰ ਅਵਤਾਰ ਸਿੰਘ ਬੈਠੇ ਨੂੰ ਪਤਾ ਹੈ ਕਿੰਨੇ ਕਿੰਨੇ ਮਾਲ ਲਵੇਰਾ। ਇਹ ਘਰ ਦੀ ਖੁਸ਼ਹਾਲੀ ਦਾ ਵੀ ਪ੍ਰਤੀਕ ਸੀ, ਘਰ ਵਿੱਚ ਲਵੇਰਾ ਹੋਣਾ। ਦੁੱਧ ਪੁੱਤ ਦੀਆਂ ਦਾਦਾ ਮੰਗਦੇ ਹੁੰਦੇ ਸੀ ਲੋਕ ਅਰਦਾਸਾਂ ਕਰਕੇ, ਦੁੱਧ ਤੇ ਪੁੱਤ, ਮਤਲਬ ਲਵੇਰਾ ਵੀ ਘਰ ਵਿੱਚ, ਰਿਜ਼ਕ ਦਾ ਪ੍ਰਤੀਕ। ਇਸ ਕਰਕੇ ਸਾਧ ਸੰਗਤ ਜੀ ਜਦੋਂ ਮੱਝੀਆਂ ਸਾਰਾ ਖੇਤ ਖਾ ਗਈਆਂ, ਬਰਾਨੀਆਂ ਫਸਲਾਂ ਹੁੰਦੀਆਂ ਸੀ, ਅੱਜ ਵਰਗੀਆਂ ਥੋੜਾ ਹੁੰਦਾ, ਖਾ ਗਈਆਂ, ਉਜਾੜਤਾ, ਗਾਲੀ ਕਰ ਰਹੀਆਂ ਨੇ। ਜ਼ਿਮੀਂਦਾਰ ਆਇਆ, ਇੱਕ ਚੜੇ ਇੱਕ ਉਤਰੇ, ਕਹਿੰਦਾ ਕਿੰਨੀਆਂ ਨੇ ਮੱਝੀਆਂ? ਦੇਖਿਆ ਪਟਵਾਰੀ ਦਾ ਪੁੱਤਰ ਹੈ। ਉਹ ਤੈਨੂੰ ਪਤਾ ਨਹੀਂ, ਤੇਰੀਆਂ ਮੱਝੀਆਂ ਨੇ ਸਾਰਾ ਖਰਾਬ ਕਰਤਾ ਖੇਤ, ਉਜਾੜਤਾ ਮੇਰਾ ਸਾਰਾ ਖੇਤ, ਕੌਣ ਭਰੇਗਾ ਰੋਜ਼ਾਨਾ? ਕੋਈ ਨਹੀਂ, ਪਟਵਾਰੀ ਦਾ ਪੁੱਤਰ ਹੈ, ਰਾਏ ਬਲਾਰ ਦਾ ਹੀ ਪਟਵਾਰੀ ਕਰਨਾ ਸ਼ਿਕਾਇਤ। ਚੱਲ ਨਾਲ ਲੈ ਗਿਆ, ਰਾਏ ਬਲਾਰ ਨੂੰ ਕਿਹਾ ਦੇਖੋ ਤੁਹਾਡੇ ਪਟਵਾਰੀ ਦੇ ਪੁੱਤਰ ਨੇ ਖੇਤ ਉਜਾੜਤਾ ਸਾਰਾ। ਬੜਾ ਉੱਚਾ ਨੀਵਾਂ ਬੋਲਿਆ, ਕਹਿੰਦੇ ਇਹਨੂੰ ਕੀ ਕਹਿਣਾ ਨਾਨਕ ਨੂੰ, ਇਹ ਤਾਂ ਮਸਤਾਨਾ ਹੈ। ਕਹਿੰਦੇ ਪਿਓ ਨੂੰ ਸੱਦੋ। ਪਿਤਾ ਕਲਿਆਣਦਾਸ ਜੀ ਕਹੇ ਮੈਂ ਕੀ ਕਰਾਂ, ਉਹਨੇ ਮਸਤਾਨਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਾਏ ਬਲਾਰ ਜੀ, ਬੰਦਾ ਭੇਜ ਕੇ ਚੈੱਕ ਕਰੋ ਖੇਤ, ਇੱਕ ਵੀ ਬੂਟਾ ਮਰਿਆ ਨਹੀਂ, ਦੁੱਗਣੀ ਫਸਲ ਖੜੀ ਹੋਈ ਹੈ, ਇੱਕ ਵੀ ਪਸ਼ੂ ਦਾ ਨਿਸ਼ਾਨ ਨਹੀਂ ਖੇਤ ਵਿੱਚ। ਰਾਏ ਬਲਾਰ ਕਹਿੰਦਾ ਗੱਲ ਤਾਂ ਠੀਕ ਹੈ, ਪਤਾ ਤਾਂ ਕਰਨਾ ਚਾਹੀਦਾ। ਬੰਦਾ ਭੇਜਿਆ, ਚੱਲ ਜ਼ਿਮੀਂਦਾਰ ਨੂੰ ਕਹਿੰਦੇ ਵਿਖਾ। ਦੇਖਿਆ ਇੱਕ ਵੀ ਪਸ਼ੂ ਦਾ ਨਿਸ਼ਾਨ ਨਹੀਂ, ਇੱਕ ਵੀ ਬੂਟਾ ਨਹੀਂ ਟੁੱਟਿਆ, ਫਸਲ ਉਹਦੇ ਨਾਲੋਂ ਵੀ ਦੁੱਗਣਾ, ਫਸਲ ਉਹਦੇ ਨਾਲ ਵੀ ਦੁੱਗਣੀ। ਕਮਾਲ ਦੀ ਬਾਤ। ਫਿਰ ਸਾਧ ਸੰਗਤ ਜੀ ਹੈਰਾਨ ਹੋ ਗਏ ਸਾਰੇ, ਕੁਛ ਵੀ ਨਾ ਬੋਲਿਆ ਜ਼ਿਮੀਂਦਾਰ, ਚੁੱਪ ਕਰ ਗਏ। ਉਲਟਾ ਡਾਂਟ ਖਾਧੀ ਰਾਏ ਬਲਾਰ ਦੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਦੂਜੇ ਦਿਨ ਗਏ, ਛਾਂ ਹੇਠ ਬੈਠੇ ਤੇ ਧੁੱਪ ਆ ਗਈ ਚਿਹਰੇ ਤੇ। ਇਹ ਸੱਪਾਂ ਵਿੱਚੋਂ ਜਿਹੜੇ ਸੱਪਾਂ ਦਾ ਰਾਜਾ ਹੈ ਨਾ ਵੱਡਾ, ਸ਼ੇਸ਼ਨਾਗ, ਕਈ ਕਹਿੰਦੇ ਨੇ ਸ਼ਿਵ ਜੀ ਦੇ ਗਲ ਵਿੱਚ ਇਹੀ ਸੀ ਜਿਹੜਾ ਸ਼ੇਸ਼ਨਾਗ। ਉਹ ਵੀ ਸ਼ਿਵ ਜੀ ਨੂੰ ਛੱਡ ਕੇ, ਇੱਕ ਕਵਿਤਾ ਹੈ ਪੁਰਾਣੀ ਜਨਮਸਾਖੀ ਵਿੱਚ, ਸ਼ੇਸ਼ਨਾਗ ਵੀ ਸ਼ਿਵ ਜੀ ਨੂੰ ਛੱਡ ਕੇ ਛਾਇਆ ਕਰਨ ਲਈ ਆਇਆ। ਉਹ ਸ਼ੇਸ਼ਨਾਗ ਨੂੰ ਆਪਣੇ ਮਾਲਕ ਦਾ ਇੰਨਾ ਫਿਕਰ ਸੀ, ਜਿਹੜਾ ਸ਼ਿਵ ਜੀ ਦਾ ਵੀ ਮਾਲਕ ਹੈ, ਗੁਰੂ ਨਾਨਕ ਪਾਰ ਬ੍ਰਹਮ ਪਰਮੇਸ਼ਰ, ਸ਼ਿਵ ਜੀ ਦਾ ਵੀ ਵੱਡਾ ਹੈ। ਹੁਣ ਉਹਦਾ ਫਿਕਰ ਪੈਣਾ ਨਾ ਜ਼ਿਆਦਾ। ਆਇਆ ਫਿਰ ਮੇਰੇ ਗੁਰੂ ਨਾਨਕ ਦੇ ਸੋਹਣੇ ਮੁਖ ਤੇ ਧੁੱਪ ਆ ਗਈ, ਇਹ ਕਿਰਨਾਂ ਪੈਂਦੀਆਂ ਨੇ, ਐਡਾ ਵੱਡਾ ਫਨ ਖਿਲਾਰ ਕੇ ਐ ਛਾਂ ਕਰਦੀ। ਰਾਏ ਬਲਾਰ ਖੇਤਾਂ ਵਿੱਚ ਗੇੜਾ ਮਾਰਨ ਆਇਆ ਸੀ ਕਿ ਦੇਖਿਆ ਐਡਾ ਵੱਡਾ ਸੱਪ। ਪਹਿਲੀ ਗੱਲ ਤੇ ਸਾਹ ਪੀ ਗਿਆ ਹੋਣਾ, ਮਰ ਗਿਆ ਹੋਣਾ, ਜੇ ਬਚਿਆ ਹੋਇਆ ਇਹ ਕੋਈ ਪਕੰਬਰ ਔਲੀਆ ਹੈ। ਨੌਕਰ ਨੂੰ ਕਹਿ ਮੜਾ ਜਾ ਜਾਓ ਦੇਖੋ। ਜਦੋਂ ਖੜਾਕ ਜੀ ਹੋਇਆ
ਹੁਣ ਸੱਪ ਨੂੰ ਨਾ, ਸੱਪ ਦੇ ਕੰਨ ਨਹੀਂ, ਸੱਪ ਤੁਹਾਡੇ ਪੈਰਾਂ ਦਾ ਖੜਾਕ ਹੀ ਸੁਣਦਾ ਬਸ। ਜਦੋਂ ਧਰਤੀ ਤੇ ਬਣਾ ਪੈਰ ਰੱਖਦੇ ਸ਼ੋਰ ਹੁੰਦਾ, ਭੱਜ ਜਾਂਦਾ। ਤਾਂ ਹੀ ਪੁਰਾਣੇ ਬਜ਼ੁਰਗ ਜਦੋਂ ਖੇਤਾਂ ਕੋਲ ਰਾਤ ਬਰਾਤੇ ਜਾਂਦੇ ਮਾੜਾ ਜਿਹਾ ਡੰਡੇ ਨਾਲ ਹਿਲਾ ਦਿੰਦੇ ਹੁੰਦੇ ਸੀ ਫਸਲ ਜੀ, ਵੀ ਜੇ ਕਿਤੇ ਬੈਠਾ ਵੀ ਹੋਏਗਾ ਚਲੋ ਤੁਰ ਜਾਏਗਾ, ਆਪਣੇ ਰਾਹ ਪੈ ਜਾਏਗਾ। ਇਹ ਖਾਸੀਅਤ ਹੁੰਦੀ ਸੀ ਉਹਨਾਂ ਦੀ। ਜਦੋਂ ਮਾੜਾ ਜਿਹਾ ਉਹਨਾਂ ਲਾਇਆ ਤੇ ਉਹ ਭੱਜ ਗਿਆ ਤੇ ਉਹ ਹੈਰਾਨ ਹੋ ਗਿਆ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਉੱਠ ਕੇ ਬੈਠ ਗਏ, ਉਸ ਦਿਨ ਸਿੱਖ ਬਣਿਆ ਸੀ ਸਾਧ ਸੰਗਤ ਜੀ। ਰਾਏ ਬਲਾਲ ਗੁਰੂ ਨਾਨਕ ਨੂੰ ਰੱਬ ਉਸ ਦਿਨ ਜਾਣ ਲੱਗਾ। ਇੱਕ ਇਹ ਪ੍ਰਮਾਣ, ਤੀਸਰੇ ਦਿਨ ਜਿੱਦਣ ਮੱਝੀਆਂ ਚਾਰਨ ਗਏ ਗੁਰੂ ਨਾਨਕ ਦੇ, ਜਦੋਂ ਹੁਣ ਧੁੱਪ ਆਉਣੀ ਨਾ, ਪਰਛਾਵਾਂ ਢਲਦਾ, ਦਰਖਤ ਦੀ ਛਾਂ ਦੂਜੇ ਪਾਸੇ ਤੁਰ ਜਾਂਦੀ। ਰਾਏ ਬਲਾਲ ਆਇਆ, ਸਾਰੇ ਦਰਖਤਾਂ ਦੀ ਛਾਂ ਦੁਪਹਿਰ ਤੋਂ ਬਾਅਦ ਦੂਜੇ ਪਾਸੇ ਤੁਰ ਗਈ। ਗੁਰੂ ਨਾਨਕ ਦੇ ਉਸੇ ਤਰ੍ਹਾਂ ਛਾਂ ਬਣੀ ਰਹੀ। ਆ ਕਈ ਜਿਹੜੇ ਕਹਿੰਦੇ ਨੇ ਨਾ ਸੱਪ ਨੇ ਕਿੱਥੇ ਛਾਂ ਕੀਤੀ, ਅੱਜ ਗੁਰਦੁਆਰਾ ਹੋਇਆ ਉੱਥੇ ਪਾਕਿਸਤਾਨ ਦੇ ਵਿੱਚ, ਐਵੇਂ ਨਹੀਂ ਇਤਿਹਾਸ ਬਣਿਆ ਹੋਇਆ। ਅੱਜ ਵੀ ਗੁਰਦੁਆਰਾ ਉੱਥੇ ਜਿੱਥੇ ਛਾਂ ਕੀਤੀ, ਜਿੱਥੇ ਛਾਂ ਅਚਲ ਰਹੀ, ਟਲੀ ਨਹੀਂ ਛਾਂ। ਸਾਧ ਸੰਗਤ ਜੀ ਨਿਹਾਲ ਹੋ ਗਿਆ ਵੀ ਆ ਤਾਂ ਆਪ ਹੀ ਰੱਬ ਖੁਦਾ ਆਇਆ ਕੋਈ ਦੁਨੀਆ ਨੂੰ ਤਾਰਨ ਵਾਸਤੇ। ਬੰਦਗੀ ਕਰਕੇ ਨਮਸਕਾਰ ਕਰਕੇ ਤੁਰ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ। ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ ਆਪਾਂ ਕੱਲ ਨੂੰ ਸੁਣਾਵਾਂਗੇ। ਇਸ ਤੋਂ ਅੱਗੇ ਦੀਆਂ ਵਿਚਾਰਾਂ ਹੋਈਆਂ ਭੁੱਲਾਂ ਦੀ ਮਾਫੀ। ਸਰਦਾਰ ਮਲਕੀਤ ਸਿੰਘ ਦੇ ਪਰਿਵਾਰ ਤੇ ਮਾਰੇ ਮਿਹਰ ਭਰਿਆ ਹੱਥ ਰੱਖਣ। ਦੇਸਾਂ ਵਿਦੇਸਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ ਕਰਨ। ਬੇਨਤੀਆਂ ਪ੍ਰਵਾਨ ਕਰਨ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸ਼ਬਦੋ ਤੰਗਾਵੋ ਹਰੀ ਕੇਰ ਮਨ ਜਿਨੀ ਵਸਾਇਆ। ਹਰ ਨਾਲ ਰੋ ਤੂੰ ਮਨ ਮੇ ਦੁਖ ਸਭ ਵਿਸਾਰਨਾ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ ਕਰ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਚ ਨਾਮ ਮੇਰਾ ਆਧਾਰੋ ਵਾਜੇ। ਤੁਰ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੇ ਲਾਗੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਸੁਣਤੇ ਪੁਨੀਤ ਕਹਤੇ ਸਤਿਗੁਰ ਰਹਿਆ ਭਰਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਕ ਮਹਾਤ।
ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਕੇ